ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ। ਸਿੰਘਨਾਦ ਟੀਵੀ ਤੁਹਾਡੀ ਆਪਣੀ ਆਵਾਜ਼, ਕੌਮ ਦੀ ਆਵਾਜ਼, ਇੱਕ ਹੋਕਾ ਦੇਣ ਦੀ ਕੋਸ਼ਿਸ਼ ਕਰਦੇ ਰਹੀਦਾ ਹੈ। ਹਫ਼ਤੇ 'ਚ 5 ਦਿਨ ਤੇ ਬਾਕੀ 2 ਦਿਨ ਵੀ ਸਾਡੇ ਪ੍ਰੋਗਰਾਮ ਰਿਕਾਰਡਡ ਚੱਲਦੇ ਰਹਿੰਦੇ ਨੇ। ਸਹਿਜ ਪਾਠ ਵੀ ਚੱਲ ਰਿਹਾ ਹੈ ਨਿਊਜ਼ੀਲੈਂਡ ਤੋਂ, ਜੋ ਕਿ ਸਰਦਾਰ ਜਰਨੈਲ ਸਿੰਘ ਹੋਣਾ ਦੇ ਉਦਮ ਸਦਕਾ ਸਾਡੇ ਨੌਜਵਾਨ ਛੋਟੇ ਵੀਰ ਕਮਲਜੀਤ ਸਿੰਘ ਰੋਜ਼ ਸਹਿਜ ਪਾਠ ਦਾ ਜਿਹੜਾ ਵਾ ਉਹ ਹਰ ਐਪੀਸੋਡ ਤੁਹਾਡੇ ਨਾਲ ਸ਼ੇਅਰ ਕਰ ਰਹੇ ਨੇ। ਤੇ ਜਿੱਥੇ ਸਹਿਜ ਪਾਠ ਚੱਲ ਰਿਹਾ ਹੈ ਉਹਦੇ ਹੀ ਪੈਮਾਨੇ ਤੇ ਮੈਂ ਤੇ ਸਰਦਾਰ ਰਜਿੰਦਰ ਸਿੰਘ ਖਾਲਸਾ ਪੰਚਾਇਤ ਅਸੀਂ ਵਿਚਿੱਤਰ ਨਾਟਕ ਦੀਆਂ ਵਿਚਿੱਤਰ ਬਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੇ ਉਸ ਦੇ ਨਾਲ ਹੀ ਜੋ ਗੁਰਮਤ ਫਲਸਫੇ ਦੇ, ਗੁਰਮਤ ਦੀ ਗਹਿਰਾਈ ਨੂੰ ਲੈ ਕੇ ਜਿਹੜੀਆਂ ਗੁਰਮਤ ਦੀਆਂ ਗਹਿਰੀਆਂ ਗੱਲਾਂ ਨੇ ਉਹਨੂੰ ਲੈ ਕੇ ਸਾਡੇ ਨਾਲ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਹਰ ਸੋਮਵਾਰ ਹਾਜ਼ਰ ਹੁੰਦੇ ਨੇ। ਮੰਗਲਵਾਰ ਸਾਡੇ ਨਾਲ ਭਾਈ ਪੰਥਪ੍ਰੀਤ ਸਿੰਘ ਖਾਲਸਾ ਜੀ ਹੁੰਦੇ ਨੇ। ਸਿੰਘਨਾਦ, ਨਾਦ ਉਹ ਸਾਊਂਡ, ਵੈਸੇ ਨਾਦ ਸ਼ਬਦ ਦਾ ਜਦੋਂ ਬੈਕਗਰਾਊਂਡ ਲੱਭਦੇ ਹਾਂ ਤੇ ਇਹ ਬਹੁਤਾ ਯੋਗ ਨਾਲ ਸੰਬੰਧਿਤ ਹੈ, ਪਰ ਯਾਦ ਰੱਖਿਓ ਇਹ ਸਿੰਘਾਂ ਦਾ ਨਾਦ ਹੈ, ਇਹ ਗੁਰਸਿੱਖੀ ਦਾ ਨਾਦ ਹੈ, ਇਹ ਸਿੱਖੀ ਦਾ ਨਾਦ ਹੈ, ਜਿੱਥੋਂ ਅਸੀਂ ਤੁਹਾਡੇ ਨਾਲ ਉਹ ਗੁਰਮਤ ਦੀਆਂ ਬਾਤਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਸਾਡੀ ਮਿਸ਼ਨ ਸਟੇਟਮੈਂਟ ਹੈ, ਪੈ ਕਾਹੂ ਕੋ ਦੇਤਨੇ ਨੈ ਪੈ ਮਾਨਤ ਆਨ। ਪ੍ਰੋਗਰਾਮਾਂ ਦਾ ਆਧਾਰ ਜਦੋਂ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਇੱਥੇ, ਉਹਨਾਂ ਦਾ ਪੈਮਾਨਾ ਕੇਵਲ ਤੇ ਕੇਵਲ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਹੁੰਦਾ ਹੈ। ਅੱਜ ਦਾ ਪ੍ਰੋਗਰਾਮ ਜੋ ਕਿ ਪਿਛਲੇ ਹਫ਼ਤੇ ਤੁਸੀਂ ਸੁਣਿਆ ਸੀ, ਦੇਖਿਆ ਸੀ, ਆਪਣਾ ਘਰ। ਜਦੋਂ ਅਸੀਂ ਆਪਣਾ ਘਰ ਦੀ ਗੱਲ ਕਰਦੇ ਹਾਂ ਤੇ ਸਾਡੇ ਸਾਹਮਣੇ ਇੱਕ ਸਿਨੈਰੀਓ ਆਉਂਦਾ ਵੀ ਸਾਡਾ ਆਪਣਾ ਰਾਜ, ਆਪਣਾ ਦੇਸ਼ ਹੋਵੇਗਾ, ਜੋ ਕਿ ਮੰਗ ਜਾਇਜ਼ ਹੈ, ਜੋ ਕਿ ਗੁਰੂ ਨਾਨਕ ਪਾਤਸ਼ਾਹ ਦਾ ਉਹ ਪੰਥ ਜਿਹਦਾ ਸਫ਼ਰ ਕੌਮ ਤੱਕਰ ਗਿਆ। ਵੈਸੇ ਤਾਂ ਕਬੀਲਿਆਂ 'ਚੋਂ ਕੌਮਾਂ ਨਿਕਲਦੀਆਂ ਨੇ, ਪਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਹ ਕੌਮ ਹੈ ਇਹ ਉਸ ਕਬਾਇਲੀ ਸੋਚ 'ਚੋਂ ਨਿਕਲੀ ਹੈ, ਜਿਸ ਸੋਚ ਵਿੱਚ ਬ੍ਰਾਹਮਣ ਨੇ, ਵਿਪਰ ਨੇ ਸਾਨੂੰ ਬਲੈਕਮੇਲ ਕੀਤਾ ਸੀ, ਫਿਜ਼ੀਕਲ, ਇਮੋਸ਼ਨਲ, ਹਰ ਤਰ੍ਹਾਂ। ਸਾਡੇ ਹਾਲਾਤ ਕਬਾਇਲੀ ਸਨ। ਅਸੀਂ ਨਾਨਕ ਪੰਥੀ ਹੋਏ, ਨਾਨਕ ਪੰਥੀ ਹੋ ਕੇ ਅਸੀਂ ਇੱਕ ਕੌਮੀ ਤੌਰ 'ਤੇ ਆਪਣਾ ਦਾਰੋ ਮਦਾਰ ਖੜਾ ਕਰ ਦਿੱਤਾ। ਫਿਰ ਗੱਲ ਆਉਂਦੀ ਆਪਣੇ ਘਰ ਦੀ। ਪਰ ਉਸ ਘਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਾਨੂੰ ਆਪਣੇ ਆਪ ਨੂੰ ਉਸ ਪੈਮਾਨੇ 'ਤੇ ਰੱਖਣਾ ਪਏਗਾ ਵੀ ਜਦੋਂ ਨਾਨਕ ਆਪਣੇ ਘਰ ਦੀ ਗੱਲ ਕਰਦੇ ਨੇ, ਜਦੋਂ ਗੁਰੂ ਨਾਨਕ ਸਾਹਿਬ ਆਪਣੇ ਘਰ ਦੀ ਗੱਲ ਕਰਦੇ ਨੇ, ਤਾਂ ਉਹ ਆਪਣਾ ਘਰ ਕਿਵੇਂ ਨਿਰਾਲਾ ਕਰ ਦਿੰਦੇ ਨੇ, ਆਪਣਾ ਘਰ ਕਿਵੇਂ ਵਿਸ਼ੇਸ਼ ਤੌਰ 'ਤੇ ਸਾਬਤ ਕਰ ਦਿੰਦੇ ਨੇ ਵੀ ਇੱਦਾਂ ਦਾ ਸਾਡਾ ਘਰ ਹੋਣਾ ਚਾਹੀਦਾ। ਜਦੋਂ ਸਮੇਰ 'ਤੇ ਪਹੁੰਚਦੇ ਨੇ, ਸਿੱਧਾਂ ਨਾਲ ਵਾਰਤਾਲਾਪ ਹੁੰਦੀ ਹੈ ਤੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋ ਸੇ ਆਪਣਾ ਪੰਥ ਨਿਰਾਲਾ, ਉਹ ਪੰਥ ਜੋ ਆਪਣਾ ਘਰ, ਆਪਣੇ ਘਰ ਵੱਲ ਲੈ ਕੇ ਜਾਂਦਾ ਹੈ ਰਸਤਾ। ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਹੋਣਾ ਨੇ ਸਾਨੂੰ ਪਿਛਲੇ ਹਫ਼ਤੇ ਬਹੁਤ ਬਰੀਕੀ ਨਾਲ ਸਮਝਾਇਆ ਵੀ ਆਪਣੇ ਘਰ ਵੱਲ ਵਧਣ ਵਾਲਾ ਜਿਹੜਾ ਸਫ਼ਰ ਹੈ ਉਹ ਸਾਡਾ ਨਿੱਜ ਦੇ ਘਰ ਤੋਂ ਚੱਲਣਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੇ ਇੱਕ ਆਪਣਾ ਘਰ ਬਾਹਰ ਹੈ ਤੇ ਇੱਕ ਆਪਣਾ ਘਰ ਅੰਦਰ ਵੀ ਹੈ। ਲੋਕ ਪ੍ਰਲੋਕ, ਇਸ ਲੋਕ ਤੋਂ ਪਰੇ ਵਾਲਾ ਲੋਕ, ਉਹ ਇੱਕ ਘਰ ਸਾਡੇ ਅੰਦਰ, ਇੱਕ ਬਾਹਰ ਵਾਲਾ। ਜਿੰਨਾ ਚਿਰ ਅੰਦਰ ਵਾਲਾ ਘਰ ਸਾਡਾ ਕੰਸਟਰਕਟ ਨਹੀਂ ਹੁੰਦਾ ਤੇ ਬਾਹਰ ਵਾਲੇ ਘਰ ਦੀ ਉਮਰ 39 ਸਾਲ ਤੇ 7 ਮਹੀਨੇ ਅਸੀਂ ਦੇਖ ਹਟੇ ਸੀ ਪਹਿਲਾਂ। 39 ਸਾਲ ਤੇ 7 ਮਹੀਨਿਆਂ ਦੇ ਵਿੱਚ ਸਾਡਾ ਰਾਜ, ਬਾਹਰਲਾ ਘਰ ਢਾਹ ਕੇ ਇੱਟ ਇੱਟ ਕਰਕੇ ਡੋਗਰਿਆਂ ਨੇ ਸਾਡੇ ਹੱਥ 'ਚ ਫੜਾਤੀ। ਉਸ ਸਮੇਂ ਤੋਂ ਲੈ ਕੇ ਕਦੀ ਅਸੀਂ ਬਸਤੀਵਾਦੀਆਂ ਦੇ ਗੁਲਾਮ, ਕਦੀ ਅਸੀਂ ਰਾਸ਼ਟਰਵਾਦੀਆਂ ਦੇ ਗੁਲਾਮ। ਇਹ ਪ੍ਰੋਗਰਾਮ ਜਿਹੜਾ ਅੱਜ ਦਾ ਪ੍ਰੋਗਰਾਮ ਹੈ, ਇਹ ਜੋ ਸਪੌਂਸਰਡ ਹੁੰਦਾ ਹੈ, ਇਹ ਹੁੰਦਾ ਹੈ ਸਾਡਾ ਗੁਰੂ ਗ੍ਰੰਥ ਦਾ ਖਾਲਸਾ ਪੰਥ। ਗੁਰੂ ਗ੍ਰੰਥ ਦਾ ਖਾਲਸਾ ਪੰਥ ਇੱਕ ਐਸੀ ਆਰਗੇਨਾਈਜੇਸ਼ਨ ਜੋ ਬੜੇ ਗਰਵ ਨਾਲ, ਬੜੇ ਮਾਣ ਨਾਲ ਕਹਿੰਦੀ ਹੈ ਵੀ ਅਸੀਂ ਗੁਰੂ ਨਾਨਕ ਪੰਥੀ ਹਾਂ। ਅਸੀਂ ਉਸ ਅਕਾਲੀ ਬਾਣੀ ਤੋਂ ਬਿਨਾਂ, ਨਿਰੰਕਾਰੀ ਬਾਣੀ ਤੋਂ ਬਿਨਾਂ ਕਿਸੇ ਹੋਰ ਕੱਚ ਕੜਤ ਰਚਨਾ ਨੂੰ ਆਪਣਾ ਆਦਰਸ਼ ਨਹੀਂ ਮੰਨਦੇ। ਜਿਨ੍ਹਾਂ ਦੇ ਮੋਢੀ
ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਜੋ ਲੰਮੇ ਸਮੇਂ ਤੋਂ ਇਹ ਹੋਕਾ ਦੇ ਰਹੇ ਨੇ ਸਾਨੂੰ। ਸਿੰਘ ਸਾਹਿਬ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਘਰ ਤੁਸੀਂ ਨੀਂਹ ਰੱਖ ਦਿੱਤੀ, ਕਿਉਂਕਿ ਨੀਂਹ ਹਮੇਸ਼ਾ ਅਦਿੱਖ ਹੁੰਦੀ ਹੈ, ਦਿਖਦੀ ਨਹੀਂ। ਜਿਹੜੀ ਥੱਲੇ ਨੀਂਹ ਭਰ ਦਿੰਦੇ ਅਸੀਂ, ਉਸ ਤੋਂ ਬਾਅਦ ਉਤਲੀਆਂ ਇੱਟਾਂ ਹੀ ਦੀਦੀਆਂ ਨੇ, ਨੀਂਹ ਨਹੀਂ ਦਿਖਦੀ। ਤੁਸੀਂ ਨੀਂਹ ਰੱਖ ਦਿੱਤੀ ਹੈ, ਪਰ ਜਿਹੜੀ ਉਤਲੀ ਇੱਟ ਹੈ, ਉਤਲੀ ਕੰਧ, ਉਹ ਖੜੀ ਨੀਂਹ ਤੇ ਹੁੰਦੀ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਪਿਛਲੀ ਜਿਹੜੀ ਨੀਂਹ ਰੱਖੀ ਹੈ ਉਹਨੂੰ ਥੋੜ੍ਹਾ ਜਿਹਾ, ਸਾਡੇ ਜਿਹੜੇ ਨਵੇਂ ਦਰਸ਼ਕ ਨੇ ਉਹਨੂੰ ਥੋੜ੍ਹਾ ਜਿਹਾ ਸਮਰਾਈਜ਼ ਕਰਕੇ ਤੇ ਅਸੀਂ ਅੱਜ ਉਤਲੀਆਂ ਕੰਧਾਂ ਵੱਲ ਵਧਣ ਦੀ ਕੋਸ਼ਿਸ਼ ਕਰਨੀ ਹੈ। ਜੀ ਸਿੰਘ ਸਾਹਿਬ। ਸਮੁੱਚੇ ਸਿੰਘਨਾਦ ਦੇ ਸਰੋਤਿਆਂ ਅਤੇ ਗੁਰੂ ਗ੍ਰੰਥ ਦੇ ਖਾਲਸਾ ਪੰਥ ਦੇ ਵੀਰਾਂ ਨੂੰ ਸਮੁੱਚੇ ਰੂਪ ਵਿੱਚ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਸਾਹਮਣੇ ਇੱਕ ਐਸਾ ਵਿਸ਼ਾ ਆਇਆ ਹੈ ਜਿੰਦਾ ਜ਼ਿਕਰ ਹੁਣੇ ਪ੍ਰਭਦੀਪ ਸਿੰਘ ਜੀ ਵੀ ਕਰ ਰਹੇ ਸਨ ਕਿ ਗੁਰੂ ਨਾਨਕ ਨੇ ਹੀ ਇਸ ਘਰ ਨੂੰ ਚਿਤਵਿਆ ਹੈ, ਇਹਦਾ ਰਸਤਾ ਦਿਖਾਇਆ ਹੈ। ਪੰਥ ਰਸਤੇ ਤੋਂ ਵਾਪਸੀ। ਮੈਂ ਫਿਰ ਇੱਕ ਅਰਜ਼ ਕਰਦੇ ਹਾਂ ਕਿ ਜੋ ਕੁਝ ਵੀ ਤੁਹਾਡੇ ਨਾਲ ਸਾਂਝਾ ਕਰਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਰੋਸ਼ਨੀ ਵਿੱਚੋਂ ਜੋ ਮਿਲਦਾ ਹੈ ਉਹ ਹੀ ਤੁਹਾਡੇ ਨਾਲ ਸਾਂਝਾ ਕਰਨਾ। ਜੀ। ਗੁਰੂ ਨਾਨਕ ਨੇ ਜਾਂ ਗੁਰੂ ਰੂਪ ਜਾਮਿਆਂ ਨੇ ਜੇ ਘਰ ਦੀ ਬੁਨਿਆਦ ਰੱਖੀ, ਜੇ ਘਰ ਦਾ ਰਸਤਾ ਦਿਖਾਇਆ, ਤੇ ਉਸ ਘਰ ਦੀ ਇੰਪਾਰਟੈਂਸ ਵੀ ਬੜੀ ਬਖੂਬੀ ਨਾਲ ਦੱਸੀ ਵੀ ਮੈਂ ਘਰ ਦੀ ਗੱਲ ਕਿਉਂ ਕਰਨਾ, ਘਰ ਤੁਹਾਨੂੰ ਕਿਉਂ ਪਹੁੰਚਾਉਣਾ ਚਾਹੁੰਦਾ, ਕਿਉਂ ਤੁਹਾਨੂੰ ਬੇਘਰ ਨਹੀਂ ਰੱਖਣਾ ਚਾਹੁੰਦਾ। ਸਿਰਫ ਸਮਝਣਾ ਸੀ ਇਹ ਹੈ, ਸਾਡੇ ਮਨ ਅੰਦਰ ਚੇਤਵਨੀ ਇੱਛਾ ਲਾਲਸਾ ਤੇ ਹੈ ਆਪਣੇ ਘਰ ਦੀ, ਉਹ ਪੈਦਾ ਹੋਈ ਹੋਈ ਹੈ, ਪਰ ਅਸੀਂ ਉਸ ਨੂੰ ਸਮਝਣਾ ਹੈ ਵੀ ਉਹ ਘਰ ਕੀ ਹੈ, ਕਿਵੇਂ ਬਣਦਾ ਹੈ, ਤੇ ਉਸ ਘਰ ਵਿੱਚ ਦਾ ਦਰਵਾਜ਼ਾ ਚਾਬੀ ਸਾਡੇ ਕੋਲ ਕਿਵੇਂ ਹੁੰਦੀ ਹੈ। ਸਤਿਗੁਰੂ ਨੇ ਬਾਣੀ ਅੰਦਰ ਘਰ ਦੀ ਬੜੀ ਵਡਿਆਈ ਕੀਤੀ ਹੈ। सतगुरु कहते हैं इस घर में है सो तू ढूंढ खाए और किसी के तू मत ही जाए, दर दर ना भड़की, किसी होर घर दा सहारा लैण दी कोशिश न करी, अपना घर बना। इस घर में है सो तू ढूंढ खाए और किसी के तू मत ही जाए। बल्कि इथों तक यकीन दिवाया कि कहने लगे सब किस घर में बाहर ना है जी। बाहर टोले सो भरम भुलाई, तेरे लिए घर दी क्यों इंपॉर्टेंस है। अगे जाके फिर इथों तक कहने लगे बाहर ढूंढन ते छूट परी, गुर घर ही माहे दिखाया था। ਉਹ ਬਾਬਾ ਗੁਰੂ ਨਾਨਕ ਦੇ ਕਹੇ ਅਨੁਸਾਰ ਵੀ ਮੈਂ ਤੁਹਾਨੂੰ ਆਪਣੇ ਘਰ ਦਾ ਪੰਥ ਰਸਤਾ ਦਿਖਾਣਾ। ਬਾਹਰ ਢੂੰढन ਤੇ ਛੂਟ ਪਰੀ, ਗੁਰੂ घर ही माहे दिखाया था जी। घर ही में सब वक्त है कोई एक चीज भी बाहरों तेनू लोड़ नहीं। जे तू बाहरों भालना है, जे लियाना चाहना है, तो इहदा मतलब तेनू अपने घर दी उस चीज दी वैल्यू दा पता ही नहीं। गल्लां इशारे मात्र भी नाल नाल मैं करी जाना, उन्होंने सारी आपां तसव्वुर करिए।
ਗੁਰੂ ਕਹਿੰਦੇ ਨੇ ਘਰ ਹੀ ਮੈਂ ਸਭ ਵਤ ਹੈ। ਤੇਰੇ ਲੋੜ ਦੀ ਹਰ ਇੱਕ ਚੀਜ਼ ਤੇਰੇ ਘਰ ਵਿੱਚ ਹੈ ਜੀ। ਤੈਨੂੰ ਨਿਤਨੇਮ ਵਾਸਤੇ, ਤੈਨੂੰ ਅੰਮ੍ਰਿਤ ਵਾਸਤੇ, ਤੈਨੂੰ ਕਿਸੇ ਚੀਜ਼ ਵਾਸਤੇ ਬਾਹਰੋਂ ਕੁਝ ਢੂੰਡਣ ਦੀ ਲੋੜ ਨਹੀਂ। ਜਿਹੜਾ ਪੰਥ, ਜਿਹੜਾ ਰਸਤਾ ਤੈਨੂੰ ਗੁਰੂ ਨੇ ਦਿਖਾਇਆ ਨਾ ਘਰ ਦਾ, ਉਸ ਘਰ ਤੇ ਪਹੁੰਚ। ਘਰ ਹੀ ਮੈਂ ਸਭ ਵਤ ਹੈ, ਬਾਹਰ ਕੁਛ ਨਹੀਂ। ਪਰ ਅਗਲੇ ਪਾਸੇ ਇੱਕ ਲਫ਼ਜ਼ ਕਹਿ ਦਿੱਤੇ, ਕਹਿਣ ਲੱਗੇ ਗੁਰ ਪ੍ਰਸਾਦੀ ਪਾਈ ਹੈ ਅੰਤਰ ਕਪਟ ਖੁਲਾਹੀ। ਤੇ ਪਹੁੰਚ ਵੀ ਜਾਓ ਤੇ ਦਰਵਾਜ਼ਾ ਹੀ ਨਾ ਖੋਲੋ, ਚਾਬੀ ਤੁਹਾਡੇ ਕੋਲ ਨਾ ਹੋਵੇ, ਘਰ ਭਾਵੇਂ ਸਾਰੀਆਂ ਵਸਤੂਆਂ ਨਾਲ ਭਰਿਆ ਹੋਵੇ, ਸਾਨੂੰ ਕੀ ਫਾਇਦਾ। ਅੱਜ ਸਾਡੀ ਹਾਲਤ ਇਹ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਜੀਵਨ ਦਾ ਘਰ ਹੈ, ਉਹਦੇ ਵਿੱਚ ਸਾਰੇ ਜੀਵਨ ਦੀਆਂ ਹਰ ਲੋੜਾਂ ਪੂਰੀਆਂ ਹੁੰਦੀਆਂ ਨੇ। ਪਰ ਦੁਖਾਂ ਤੇ ਅਸੀਂ ਚਾਬੀ ਗਵਾ ਬੈਠੇ ਹਾਂ। ਪਿੱਛੇ ਆ ਚੁੱਕੇ ਨੇ ਲਫ਼ਜ਼, ਦਰਵਾਜ਼ੇ ਬੰਦ ਨੇ। ਦਰਵਾਜ਼ੇ ਗੁਰੂ ਹੀ ਖੋਲੇ, ਬਾਣੀ ਦਾ ਹੀ ਫੈਸਲਾ ਹੈ। ਕਹਿਣ ਲੱਗੇ ਗੁਰ ਪ੍ਰਸਾਦੀ ਪਾਈ ਹੈ ਅੰਤਰ ਕਪਟ ਖੁਲਾਹੀ। ਅੰਦਰਲੇ ਕਪਟ, ਕਵਾੜ, ਦਰਵਾਜ਼ੇ ਖੋਲ੍ਹ ਜਾਣ ਜੀ। ਸੋ ਹੁਣ ਆਪਾਂ ਇਸ ਘਰ ਦੀ ਹੋਰ ਗਹਿਰਾਈ ਵਿੱਚ ਜਾਣਾ ਹੈ। ਇੱਕ ਵਿਸ਼ਾ ਐਸਾ ਹੈ ਜਿਹੜਾ ਮੈਂ ਛੇਤੀ ਨਾਲ ਮੁਕਾ ਨਹੀਂ ਸਕਾਂਗਾ। ਜੇ ਮੁਕਾਵਾਂਗਾ ਤੇ ਮੈਂ ਸਮਝਦਾ ਵੀ ਮੈਂ ਬੇਇਨਸਾਫੀ, ਅਨਿਆਏ ਕਰਾਂਗਾ ਆਪਣੇ ਸਰੋਤਿਆਂ ਨਾਲ। ਜੀ ਜੀ। ਆਪਾਂ ਅੱਜ ਇੱਕ ਇਸ ਘਰ ਨੂੰ ਬਣਾਉਣ ਦੀ, ਜਿਸ ਨੂੰ ਅਸੀਂ ਆਪਣਾ ਘਰ ਆਖ ਕੇ ਲਾਲਸਾ ਬਣਾਈ ਬੈਠੇ ਹਾਂ, ਫਿਰਨਾ ਉੱਥੇ ਹੀ ਹੈ। ਪਰ ਦੇਖਣਾ ਹੈ ਵੀ ਉਸ ਘਰ ਦੇ ਬਣਾਉਣ ਵਿੱਚ ਸਹਾਇਕ ਹੋਣ ਵਾਲੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਉਹ ਅਸੀਂ ਕਿਵੇਂ ਬਣਾਉਣੀਆਂ ਨੇ। ਤੁਸੀਂ ਕੋਈ ਵੀ ਘਰ ਬਣਾਉਣਾ ਹੋਵੇ ਤਾਂ 4 ਘਰ ਹੋਰ ਜਾ ਕੇ ਵੇਖਦੇ ਹੋ ਨਾ, ਵੀ ਇਹਦੇ ਵਿੱਚੋਂ ਕੁਝ ਨਕਸ਼ਾ ਲੈ ਲਈਏ, ਕੁਝ ਇਹਦੇ ਚ। ਇਸੇ ਤਰ੍ਹਾਂ ਕੁਝ ਘਰ ਸਾਡੇ ਸਾਹਮਣੇ ਨੇ ਜਿਨ੍ਹਾਂ ਦਾ ਨਕਸ਼ਾ ਅਸੀਂ ਵੇਖਣਾ ਹੈ ਤੇ ਜਿਨ੍ਹਾਂ ਦੀ ਬਣਤਰ ਨੂੰ ਦੇਖਣਾ ਹੈ। ਇੱਕ ਘਰ ਆਪਾਂ ਪਿਛਲੀ ਵਾਰ ਵਿਚਾਰਿਆ, ਉਹ ਹੈ ਸੀ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਅੰਦਰ ਦਾ ਘਰ ਜਿੰਦਾ ਬੰਧਾਨੀ ਗੁਰੂ ਹੈ। ਗੁਰ ਕੀਓ ਬੰਧਾਨੀ, ਗੁਰ ਕੀਨੋ ਬੰਧਾਨੀ। ਉਹ ਅੰਦਰ ਦਾ ਜਿਹੜਾ ਗੁਣਾ ਰੂਪ ਘਰ ਹੈ, ਸਿਧਾਂਤ ਰੂਪ ਘਰ ਹੈ, ਉਹ ਗੁਰੂ ਬਣਾਉਂਦਾ ਹੈ। ਕਹੋ ਨਾਨਕ ਨੇਚਲ ਘਰ ਬਾਂਧੇ ਹੋ ਗੁਰ ਕੀਓ ਬੰਧਾਨੀ। ਉਹ ਆਪਾਂ ਪਿਛਲੀ ਵਾਰ ਵਿਚਾਰੇ ਹੈ ਜੀ। ਅੰਦਰ ਦਾ ਘਰ। ਇੱਕ ਬਾਹਰ ਦਾ ਘਰ ਵੀ ਹੈ। ਮੈਂ ਚਾਹੁੰਦਾ ਅੱਜ ਆਪਾਂ ਉਹ ਵੀ ਵਿਚਾਰ ਲਈਏ। ਹਾਲਾਂਕਿ ਬਾਹਰ ਦਾ ਹੈ, ਉਹ ਅਸੀਂ ਭੁਲਾ ਚੁੱਕੇ। ਅਜੇ ਦੁਖਾਂਤ ਇਹ ਹੈ ਕਿ ਅਸੀਂ ਅੰਦਰਲਾ ਘਰ ਵੀ ਭੁਲਾ ਚੁੱਕੇ ਹਾਂ। ਜੀ ਬਿਲਕੁਲ। ਸਾਨੂੰ ਧਿਆਨ ਹੀ ਨਹੀਂ ਵੀ ਅੰਦਰ ਦਰਵਾਜ਼ਾ ਕਿਵੇਂ ਖੋਲ੍ਹਣਾ ਹੈ, ਇਹਦੇ ਵਿੱਚ ਕੀ ਕੀ ਵਸਤੂਆਂ ਨੇ, ਅੰਦਰ ਧਿਆਨ ਹੀ ਨਹੀਂ ਦਿੰਦੇ। ਅਸੀਂ ਅੰਤਰਮੁਖ ਬਣ ਰਹੇ। ਚਲੋ ਬਾਹਰ ਮੁਖੀ ਸਹੀ। ਅੱਜ ਆਪਾਂ ਜ਼ਰਾ ਬਾਹਰਲਾ ਘਰ, ਉਹ ਵੀ ਮੈਨੂੰ ਇਉਂ ਦਿਸਦਾ ਵੀ ਜਿਵੇਂ ਅਸੀਂ ਉਹ ਵੀ ਭੁੱਲ ਚੁੱਕੇ ਹਾਂ, ਉਹ ਵੀ ਵਿਸਾਰ ਚੁੱਕੇ ਹਾਂ ਜੀ। ਮੈਂ ਉਸ ਨੂੰ ਚੇਤੇ ਵਿੱਚ ਲਿਆਉਣਾ ਚਾਹੁੰਦਾ। ਉਹ ਘਰ ਹੈ ਸੰਸਾਰ, ਕੁਦਰਤ, ਜਿਹੜਾ ਰੱਬ ਦਾ ਆਪਣਾ ਘਰ ਹੈ। ਉਹ ਗੁਰੂ ਉਸਾਰਿਆ, ਇਹ ਰੱਬ ਨੇ ਉਸਾਰਿਆ। ਵਾਹ ਵਾਹ, ਕਮਾਲ। ਕੁਦਰਤ ਦੀ ਉਸਾਰੀ ਰੱਬ ਨੇ ਕੀਤੀ ਹੈ ਤੇ ਆਪਣੇ ਘਰ ਦੀ ਕੀਤੀ ਹੈ। ਉਸ ਘਰ ਵਿੱਚ ਸਿਧਾਂਤ ਰੂਪ ਘਰ ਵਿੱਚ, ਗੁਣਾਂ ਦੇ ਘਰ ਵਿੱਚ ਗੁਰੂ ਵਸਦਾ ਹੈ ਤੇ ਇਸ ਸੰਸਾਰ ਕੁਦਰਤ ਦੇ ਘਰ ਵਿੱਚ ਰੱਬ ਵਸਦਾ ਹੈ। ਮੈਂ ਤੁਹਾਨੂੰ ਅੱਗੇ ਲੈ ਕੇ ਤੁਰਨਾ ਚਾਹਨਾ। ਮਜਬੂਰੀ ਹੈ, ਮੈਂ ਜੋ ਚੀਜ਼ ਮੇਰੇ ਸਾਹਮਣੇ ਆਵੇ ਮੈਂ ਉਸ ਨੂੰ ਵਿਸਥਾਰ ਨਾਲ ਦੇਖਦਾ। ਬਾਹਰਲਾ ਘਰ ਜਿਹੜਾ ਕੁਦਰਤ ਦਾ ਘਰ ਹੈ, ਜਿੰਦੇ ਸੰਬੰਧ ਵਿੱਚ ਗੁਰੂ ਆਪਣੀ ਰਚਨਾ ਤੋਂ ਇਹ ਗੱਲ ਆਖਦੇ ਨੇ, ਇਹ ਜਗ ਸੱਚੇ ਕੀ ਹੈ ਕੋਠੜੀ। ਕੋਠੜੀ ਸੱਚੇ ਕਾ ਵਿੱਚ ਵਾਸ।
ਰੱਬ ਨੇ ਆਪਣਾ ਘਰ ਬਣਾਇਆ ਹੈ। ਤੁਸੀਂ ਵੀ ਤਾਂ ਆਪਣਾ ਘਰ ਚਾਹੁੰਦੇ ਹੋ ਨਾ, जी। ਰੱਬ ਨੇ ਵੀ ਆਪਣਾ ਘਰ ਬਣਾਇਆ ਹੈ। बा कमाल। ਹਾਂਜੀ, ਸੱਚੇ ਕਵਚ ਵਿਲਾਸ ਆਪੀ ਨੇ ਆਪ ਸਾਜਿਓ, आप ही ने रचियो नाम, ਆਪੀ ਨੇ ਰਚਿਓ ਨਾਉ, ਦੂਜੀ कुदरत ਕੁਦਰਤ साजी। ਸਾਜੀ। वाह। ਘਰ ਆਸਨ, ਕਿਉਂਕਿ ਉਹਦੇ ਵਿੱਚ ਉਹਨੇ ਰਹਿਣਾ ਸੀ, ਆਸਨ ਲਾਉਣਾ ਸੀ, ਇਹ ਉਹਨੂੰ ਚਾਅ ਸੀ। ਕੁਦਰਤ ਕਰਕੇ वसिया सो। ਵਸਿਆ ਸੋਏ। हम्म, ਇਹ ਸਾਰੀ ਕੁਦਰਤ ਦੀ ਕਾਇਨਾਤ करके। ਉਸ ਮੇਰੇ ਬਾਪੂ ਦਾ, ਰੱਬ ਦਾ ਘਰ ਹੈ। हम्म, ਹੁਣ ਆਪਾਂ ਅੱਜ ਜ਼ਰਾ ਇਸ ਘਰ ਨੂੰ ਵਿਚਾਰਨਾ ਹੈ। हम्म, ਇਹ ਘਰ ਸਾਡਾ ਸਾਂਝਾ ਹੈ, हम्म, ਕਿਉਂਕਿ ਰੱਬ ਸੰਬੰਧੀ ਸਾਨੂੰ ਇੱਕ ਗੱਲ ਸਮਝਣੀ ਹੋਵੇਗੀ ਕਿ ਰੱਬ ਸਾਡਾ ਸਾਰਿਆਂ ਦਾ ਸਾਂਝਾ ਸਾਹਿਬ ਬਾਪ ਹਮਾਰਾ। ਇਹ ਫੈਸਲਾ ਵੀ ਗੁਰਬਾਣੀ ਦਾ, ਫੈਸਲੇ ਆਪਾਂ ਸਾਰੇ ਗੁਰਬਾਣੀ ਕੋਲੋਂ ਲੈਣੇ ਨੇ। हम्म, ਗੁਰੂ ਕਹਿੰਦੇ ਨੇ ਸਾਂਝਾ ਸਾਹਿਬ ਬਾਪ ਹਮਾਰਾ। जी। ਘਰ ਜਿਹਨੇ ਕੁਦਰਤ ਰੂਪੀ ਘਰ ਬਣਾਇਆ ਹੈ, ਸੰਸਾਰ ਰੂਪ ਘਰ ਬਣਾਇਆ ਹੈ, ਦੁਨੀਆ ਰੂਪ ਘਰ ਬਣਾਇਆ ਹੈ, हम्म, ਉਹ ਸਾਡਾ ਸਾਰਿਆਂ ਦਾ ਬਾਪੂ ਹੈ। हम्म, ਪਰ ਇੱਕ ਗੱਲ ਮਰਿਆਦਾ ਵਿੱਚ ਹੈ ਕਿ ਜਿਹੜਾ ਬਾਪੂ ਦਾ ਘਰ ਹੋਵੇ ਉਹ ਸਾਡਾ ਆਪਣਾ ਘਰ ਨਹੀਂ ਹੁੰਦਾ। हम्म, ਸਾਨੂੰ ਬਹੁਤ ਧਿਆਨ ਨਾਲ ਸੋਚਣਾ ਪਏਗਾ ਇਸ ਗਹਿਰਾਈ ਨੂੰ। ਇਹਦਾ ਮਤਲਬ ਸੰਸਾਰ ਵੀ ਸਾਡਾ ਆਪਣਾ ਘਰ ਹੈ, हम्म, ਕਿਉਂਕਿ ਸਾਡੇ ਬਾਪੂ ਦਾ ਹੈ। जी। ਇਹ ਘਰ ਸਾਡਾ ਆਪਣਾ ਘਰ ਹੈ। ਬਸ ਇਉਂ ਇਹ ਸੰਸਾਰ ਸਾਡਾ ਸਾਰਿਆਂ ਦਾ ਆਪਣਾ ਘਰ ਹੈ ਅਤੇ ਸਾਰੀ ਮਨੁੱਖਤਾ ਸਾਡਾ ਆਪਣਾ ਪਰਿਵਾਰ ਹੈ, हम्म, ਆਪਣਾ ਪਰਿਵਾਰ ਹੈ। सांझा साहिब बाप हमारा। ਹੁਣ ਇਸ ਦਾ ਅਹਿਸਾਸ ਕਿੰਨੇ ਕੀਤਾ ਹੈ? ਫਿਰ ਮੈਂ ਗੁਰਬਾਣੀ ਵਿੱਚ ਤੋਂ, ਗੁਰੂ ਵਿੱਚੋਂ ਤੁਹਾਡੇ ਨਾਲ ਜੋੜਨਾ ਚਾਹੁੰਦਾ। हम्म, ਭਾਈ ਗੁਰਦਾਸ ਜੀ ਨੇ ਇੱਕ ਗੱਲ ਆਖੀ, ਕਹਿਣ ਲੱਗੇ ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਾਈ। हम्म, ਪ੍ਰਿਥਵੀ ਤੋਂ ਭਾਵ ਸ੍ਰਿਸ਼ਟੀ ਆਪਣਾ ਘਰ ਹੈ। ਆਪਣੇ ਘਰ ਨੂੰ ਅੱਗ ਲੱਗੀ ਹੋਵੇ जी। ਤੇ ਬੁਝਾਉਣ ਦੀ ਕੋਸ਼ਿਸ਼ ਨਹੀਂ ਕਿਉਂ ਕਰਦਾ? ਜੇ ਗੁਰੂ ਨਾਨਕ ਦਾ ਆਪਣਾ ਘਰ ਕੇਵਲ ਮੈਂ ਤੇ ਕਾਲੂ ਦਾ ਘਰ ਹੁੰਦਾ, ਜੇ ਗੁਰੂ ਨਾਨਕ ਦਾ ਆਪਣਾ ਘਰ ਕੇਵਲ ਤਲਵੰਡੀ ਵਿੱਚ ਹੁੰਦਾ, ਨਨਕਾਣੇ ਵਿੱਚ ਹੁੰਦਾ, ਜਾਂ ਆਪਣਾ ਪਰਿਵਾਰ ਕੇਵਲ 4 ਜੀਆਂ ਦਾ, ਸ੍ਰੀ ਚੰਦ ਲక్ష్ਮੀ ਦਾਸ, ਮਾਤਾ ਪਿਤਾ ਤੇ ਭੈਣ ਬੇਬੇ ਨਾਨਕੀ ਦਾ ਹੁੰਦਾ, ਤਾਂ ਬਾਬੇ ਨਾਨਕ ਨੂੰ ਉਹ ਸਭ ਪਰਿਵਾਰ ਤੇ ਘਰ ਛੱਡ ਕੇ ਜਾਣਾ ਕਿਉਂ ਪਿਆ? ਦੇਖੋ, ਨਾਲ ਨਾਲ ਵਿਚਾਰਿਓ। ਇਹਦਾ ਮਤਲਬ ਗੁਰੂ ਨਾਨਕ ਨੇ ਮਹਿਸੂਸ ਕੀਤਾ ਕਿ ਮੇਰਾ ਘਰ ਸਿਰਫ ਇੰਨਾ ਨਹੀਂ, ਮੈਂ ਬਾਪੂ ਦੇ ਘਰ ਵੱਲ ਦੇਖਾਂ ਜਿਹੜਾ ਮੈਨੂੰ ਵਿਰਸੇ 'ਚ ਮਿਲਿਆ। हम्म, ਸਾਡਾ ਦੁਖਾਂਤ ਕੀ ਹੈ? ਅਸੀਂ ਪਹਿਲਾਂ ਆਪਣਾ ਘਰ ਅੰਦਰੋਂ ਨਹੀਂ ਸਮਝਿਆ, ਹੁਣ ਬਾਪੂ ਦਾ ਘਰ ਵੀ ਨਹੀਂ ਸਮਝ ਰਹੇ। हम्म, ਹਾਂਜੀ, ਪਰ ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਸਾਈ। ਆਪਣਾ ਛੋਟਾ ਜਿਹਾ ਘਰ ਅਤੇ ਛੋਟਾ ਪਰਿਵਾਰ ਛੱਡ ਕੇ ਆਪਣੇ ਸੰਸਾਰ ਰੂਪ ਵੱਡੇ ਘਰ ਅਤੇ ਵੱਡੇ ਪਰਿਵਾਰ ਨੂੰ ਸੰਭਾਲਣ ਤੁਰ ਪਿਆ। जी। ਚੜਿਆ ਸੋਧਨ ਧਰਤ ਲੁਕਾਈ। हम्म, ਹਾਂਜੀ, ਉਦਾਸ ਕਹਿੰਦੇ ਨੇ ਕਿਉਂ? ਕਹਿਣ ਲੱਗੇ ਸਾਂਝਾ ਸਾਹਿਬ ਬਾਪ ਹਮਾਰਾ। जी। ਇਸ ਲਈ ਮੈਂ ਤਾਂ ਜੋ ਕੁਝ ਵੀ ਕਰਨਾ ਹੈ ਉਹ ਵੱਡੇ ਘਰ ਲਈ ਕਰਨਾ ਹੈ। ਜਿਹੜੇ ਲੋਕ ਬਾਪ ਦੇ ਘਰ ਨੂੰ ਭੁੱਲ ਜਾਂਦੇ ਨੇ, ਬਾਪ ਨੂੰ ਭੁੱਲ ਜਾਂਦੇ ਨੇ, ਉਹ ਆਪਦੇ ਛੋਟੇ ਛੋਟੇ ਘਰਾਂ ਵਿੱਚ ਬੜੀ ਖੁਸ਼ੀ ਨਾਲ ਰਹੀ ਜਾਣ ਤੇ ਉਹਦੇ ਬਾਰੇ ਸੋਚਣ। ਪਰ ਮੈਂ ਤਾਂ ਆਪਣੇ ਬਾਪੂ ਨੂੰ ਭੁੱਲਿਆ ਨਹੀਂ, ਇਸ ਲਈ ਉਹਦਾ ਘਰ ਵੀ ਮੇਰਾ ਵਿਰਸਾ ਹੈ, ਮੇਰੀ ਵਿਰਾਸਤ ਹੈ। ਵਿਰਾਸਤ ਸੰਭਾਲਣੀ ਅੱਜ ਅਸੀਂ ਦੇਖਦੇ ਹਾਂ ਛੋਟੀਆਂ ਛੋਟੀਆਂ ਇਮਾਰਤਾਂ ਦੀ ਵਿਰਾਸਤ ਜੇ ਸਾਡੇ ਹੱਥੋਂ ਸ਼੍ਰੋਮਣੀ ਕਮੇਟੀ ਦੇ ਰਾਹੀਂ ਜਾਂ ਕਿਸੇ ਕਾਰ ਸੇਵਾ ਵਾਲੇ ਸਾਧ ਦੇ ਰਾਹੀਂ ਜਾਂਦੀ ਹੈ ਤੇ ਅਸੀਂ ਦੁਖੀ ਹੁੰਦੇ ਹਾਂ ਨਾ। ਇਹ ਸਾਡੀ ਵਿਰਾਸਤ ਹੈ, ਇਹ ਕਿਉਂ ਢਾਈ ਜਾਂਦੀ ਹੈ?
ਤੇ ਜਿੰਦਾ ਸੰਬੰਧ ਸਿੱਧਾ ਬਾਪੂ ਨਾਲ ਹੋਵੇ ਤੇ ਸਾਰੀ ਸ੍ਰਿਸ਼ਟੀ ਉਹਦੀ ਬਣਾਈ ਹੋਵੇ, ਘਰ ਹੋਵੇ, ਉਹ ਆਪਣੀ ਵਿਰਾਸਤ ਨੂੰ ਨਹੀਂ ਸੰਭਾਲੇਗਾ। ਇਉਂ ਬਾਬਾ ਕਹਿ ਰਿਹਾ ਜਗਤ ਜਲੰਦਾ ਰੱਖ ਲੈ, ਇਹ ਨਹੀਂ ਕਹਿੰਦਾ ਮੇਰਾ ਪਰਿਵਾਰ ਜਾਂ ਮੇਰੇ 4 ਜੀ। ਔਰ ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਜਿਹੜੇ ਲੋਕ ਚੌਪੇ ਨੂੰ ਮੰਨੀ ਜਾਂਦੇ ਨੇ ਉਹ ਕਿਉਂ ਨਹੀਂ ਪੜ੍ਹਦੇ ਵੀ ਗੁਰੂ ਤਾਂ ਆਖ ਰਿਹਾ ਜਗਤ ਜਲੰਦਾ ਰੱਖ ਲੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ, ਤੇ ਉੱਥੇ ਆਖ ਰਿਹਾ ਹੈ ਹਮਰੀ ਸੁਖੀ ਵੈਸੇ ਮੋਰੋ ਪਰਵਾਰਾ ਕਿਹੜਾ ਸੇਵਕ ਸਿੱਖ ਸਮਝ ਕਰਦਾ ਰਿਹਾ। ਜਿਹੜੇ ਮੇਰੇ ਸੇਵਕ ਸਿੱਖ ਨੇ, ਜਿਹੜੇ ਮੇਰੇ ਨਾਲ ਜੁੜੇ, ਬਸ ਉਹਨਾਂ ਨੂੰ ਰੱਖ ਲੈ। ਗੁਰੂ ਨਾਨਕ ਜਦੋਂ ਘਰੋਂ ਤੁਰਿਆ ਉਦੋਂ ਸਾਰਾ ਸੰਸਾਰ ਦਾ ਸਿੱਖ ਸੀ। ਸਾਨੂੰ ਬੜੀ ਗਹਿਰਾਈ ਨਾਲ ਜਾਣਾ ਪਏਗਾ ਇਸ ਦੀ ਡੀਪਨੈਸ ਵਿੱਚ। ਗੁਰੂ ਨਾਨਕ ਜਦੋਂ ਘਰੋਂ ਤੁਰਿਆ ਹੈ ਜਗਤ ਜਲੰਧਰ ਨੂੰ ਰੋਕਣ ਲਈ, ਉਦੋਂ ਉਹ ਪਰਿਵਾਰ ਦੇ ਜੀ ਉਹ ਕੀ ਹੁੰਦੇ ਸਿੱਖ ਸੇਵਕ ਸਨ। ਬਲਕਿ ਗੁਰੂ ਨੇ ਤਾਂ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਸਿੱਖ ਸਾਖਾ ਬਹੁਤ ਏਕੀਏ ਕਿ ਸੋ ਕੀਓ ਨਾ ਮੀਤ। ਜਿਹਨੇ ਰੱਬ ਨੂੰ ਪ੍ਰਭੂ ਨੂੰ ਸਾਂਝਾ ਸਾਹਿਬ ਬਾਪ ਹਮਾਰਾ ਮੰਨਣਾ, ਉਹਨੇ ਤਾਂ ਸ੍ਰਿਸ਼ਟੀ ਲਈ ਸਭ ਕੁਝ ਸੋਚਣਾ ਹੈ, ਕਿਉਂਕਿ ਉਹਨੇ ਵੇਖ ਲਿਆ ਮੇਰੇ ਬਾਪੂ ਦਾ ਬਣਾਇਆ ਹੋਇਆ ਘਰ ਹੈ। ਇਸ ਲਈ ਘਰੋਂ ਤੁਰ ਪਿਆ, ਚੜਿਆ ਸੋ ਦਿਨ ਧਰਤ ਲੁਕਾਈ। ਹੁਣ ਦੇਖਣਾ ਹੈ ਜਗਤ ਜਲੰਦਾ ਰੱਖ ਲੈ ਹੀ ਕਹਿ ਰਹੇ, ਬਲਕਿ ਇੱਥੋਂ ਤੱਕ ਲੋਕਾਂ ਨੂੰ ਵਿਸ਼ਵਾਸ ਦੇ ਰਿਹਾ, ਕਹਿੰਦਾ ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਸੋ ਕਰਤਾ ਚਿੰਤਾ ਕਰੇ, ਜਿਹਨੂੰ ਪਾਇਆ ਜੱਗ ਹੈ। ਉਸ ਬਾਪੂ ਨਾਲ ਜੁੜ ਕੇ ਵੇਖ, ਤੇਰਾ ਘਰ ਕਿੱਡਾ ਵੱਡਾ ਹੋ ਜਾਂਦਾ, ਤੇਰੀ ਜ਼ਿੰਮੇਵਾਰੀ ਕਿੰਨੀ ਵੱਧ ਜਾਂਦੀ ਹੈ। ਫਿਰ ਤੂੰ ਤਲਵੰਡੀ ਦੇ ਘੇਰੇ ਵਿੱਚ ਨਹੀਂ ਰਹਿੰਦਾ, ਫਿਰ ਤੂੰ ਕੇਵਲ ਸੁਲਤਾਨਪੁਰ ਦੇ ਘੇਰੇ ਵਿੱਚ ਨਹੀਂ ਰਹਿੰਦਾ, ਕੇਵਲ ਤੂੰ ਅੰਮ੍ਰਿਤਸਰ ਦੇ ਘੇਰੇ ਵਿੱਚ, ਸ਼ਹਿਰਾਂ ਦੇ ਘੇਰੇ ਵਿੱਚ ਨਹੀਂ ਰਹਿੰਦਾ, ਫਿਰ ਤੂੰ ਸੰਸਾਰ ਦੇ ਸ੍ਰਿਸ਼ਟੀ ਦੇ ਘੇਰੇ ਵਿੱਚ ਚਲਾ ਜਾਂਦਾ, ਕਿਉਂਕਿ ਸਾਰਾ ਤੇਰਾ ਘਰ ਬਣ ਜਾਂਦਾ। ਗੁਰਬਾਣੀ ਅੰਦਰ ਬਾਰ-ਬਾਰ ਇਸ ਗੱਲ ਨੂੰ ਚਿਤਾਰਿਆ ਗਿਆ ਕਿ ਤੇਰਾ ਘਰ ਬਹੁਤ ਵੱਡਾ ਹੈ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਬ ਸੁਭਾਏ। ਕਿਉਂ? ਕਿਉਂਕਿ ਨਗਰ ਮੈਂ ਆਪ ਬਾਹਰ ਫੁਨ ਆਪਨ ਪ੍ਰਭ ਮੇਰੇ ਕੋ ਸਗਲ ਬਸਿਆ। ਗੁਰਬਾਣੀ ਵਿੱਚੋਂ ਕਿਹੜੀ ਚੀਜ਼ ਸਾਨੂੰ ਦਿਸ਼ਾ ਨਹੀਂ ਦਿੰਦੀ ਕਿ ਇਸ ਦਿਸ਼ਾ ਤੋਂ ਅਸੀਂ ਸਭ ਕੁਝ ਸਮਝਣਾ ਹੈ। ਨਗਰ ਮੈਂ ਆਪ ਬਾਹਰ ਫੁਨ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ। ਹੁਣ ਦੇਖਣਾ ਜੇ ਉਹਦਾ ਬਸੇਰਾ ਹੈ, ਜੇ ਸਾਰਾ ਸੰਸਾਰ ਉਹਦਾ ਘਰ ਹੈ, ਤਾਂ ਸਾਨੂੰ ਕਿਵੇਂ ਯਕੀਨ ਹੋਵੇ? ਸਾਡਾ ਦੁਕਾਨ ਤੇ ਇਹ ਹੈ, ਅਸੀਂ ਸੰਸਾਰ ਨੂੰ ਸੰਸਾਰ ਦੇ ਕਰਤੇ ਦਾ ਘਰ ਨਹੀਂ ਸਮਝ ਰਹੇ। ਸਤਿਗੁਰੂ ਕਹਿੰਦੇ ਨੇ ਇਹਦੀ ਨਿਸ਼ਾਨੀ ਕੀ ਹੈ? ਸਭ ਨਗਰੀ ਮੈਂ ਇੱਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਉਹਦਾ ਰਾਜ ਹੈ, ਜਿੰਦਾ ਘਰ ਹੋਵੇ ਉਸੇ ਦਾ ਰਾਜ ਘਰ ਵਿੱਚ ਚੱਲਦਾ। ਬਾਹਰ ਇਹ ਸਾਰੀ ਸ੍ਰਿਸ਼ਟੀ ਉਹਦਾ ਘਰ ਹੈ, ਸਾਰੀ ਕੁਦਰਤ ਉਹਦਾ ਘਰ ਹੈ, ਇਸ ਲਈ ਉਹਦਾ ਰਾਜ ਹੈ, ਉਹਦਾ ਹੁਕਮ ਚੱਲਦਾ। ਇਹੋ ਕਾਰਨ ਹੈ ਕਿ ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਬਹਾਰ, ਭੈ ਵਿੱਚ ਇੰਦ ਫਿਰੈ ਸਿਰ ਬਹਾਰ। ਹੈ ਸਾਰੇ ਉਹਦੇ ਹੁਕਮ ਵਿੱਚ ਨੇ, ਸਾਰਾ ਪਰਿਵਾਰ ਉਹਦੇ ਮਰਜ਼ੀ ਬਿਨਾਂ ਕੁਛ ਵੀ ਨਹੀਂ ਉਸ ਘਰ ਵਿੱਚ ਹੋ ਸਕਦਾ। ਇਹ ਸ੍ਰਿਸ਼ਟੀ ਉਹਦਾ ਘਰ ਹੈ। ਹੁਣ ਜ਼ਰਾ ਅੱਗੇ ਵਧਣਾ ਹੈ, ਇਸ ਲਈ ਉਸਦੇ ਹੁਕਮ ਵਿਧਾਨ ਵਿੱਚ ਰਹਿਣਾ ਹੀ ਬਣਦਾ ਹੈ। ਜੇ ਤੂੰ ਉਹਦਾ ਘਰ ਮੰਨਣਾ ਹੈ, ਜੇ ਤੂੰ ਉਸ ਬਾਪੂ ਨੂੰ ਮੰਨਣਾ ਹੈ, ਸਾਂਝਾ ਸਾਹਿਬ ਬਾਪ ਹਮਾਰਾ ਮੰਨਣਾ ਹੈ, ਤੇ ਫਿਰ ਸਾਰਾ ਸੰਸਾਰ ਤੇਰਾ ਘਰ ਹੈ। ਤੇ ਤੈਨੂੰ ਇੱਕ ਤੇਰੀ ਜ਼ਿੰਮੇਵਾਰੀ ਹੈ ਕਿ ਤੂੰ ਵੀ ਉਹਦੇ ਹੁਕਮ ਵਿੱਚ ਰਹਿਣਾ, ਕਿਉਂਕਿ ਤੂੰ ਉਸੇ ਘਰ ਦਾ ਵਸਨੀਕ ਹੈ। ਜਾਂ ਸੰਸਾਰ ਛੱਡ ਦੇ, ਦੁਨੀਆ ਕਿਵੇਂ ਛੱਡ ਸਕਣਾ? ਤੂੰ ਤੇ ਪਲ ਪਲ ਆਪਣੀ ਦੁਨੀਆ ਨੂੰ ਸੰਭਾਲ ਰਿਹਾ। ਪਰ ਕਿੱਡੀ ਅਜੀਬ ਗੱਲ ਹੈ, ਘਰ ਤੂੰ ਛੱਡਦਾ ਵੀ ਨਹੀਂ ਤੇ ਘਰ ਦੇ ਮਾਲਕ ਦਾ ਹੁਕਮ ਵੀ ਨਹੀਂ ਮੰਨਦਾ। ਕਿੰਨੀਆਂ ਔਕੜਾਂ ਆ ਰਹੀਆਂ ਨੇ।
ਜੇ ਤੈਨੂੰ ਕੋਈ ਆਖੇ ਨਾ ਜੀਵਨ ਛੱਡ ਦੇ, ਔਖਾ ਹੋ ਜਾਣਾ। ਜੀਵਨ ਨੂੰ ਬਚਾਉਣ ਵਾਸਤੇ ਦਿਨ ਰਾਤ ਤੂੰ ਡਾਕਟਰਾਂ ਦੀ, ਸੰਸਾਰ ਦੇ ਲੋਕਾਂ ਦੀ ਸਹਾਇਤਾ ਮੰਗਣਾ ਹੈ, ਰਾਖੀ ਚਾਹਨਾ ਹੈ, ਸਿਕਿਉਰਿਟੀ ਚਾਹਨਾ ਹੈ, ਕਦੇ ਪੁਲਿਸ ਦੀ, ਕਦੇ ਅਦਾਲਤਾਂ ਦੀ। ਪਰ ਕਿੱਡੀ ਅਜੀਬ ਗੱਲ ਹੈ, ਕਿਸ ਸੰਸਾਰ ਵਿੱਚ ਤੂੰ ਰਹਿਣਾ ਚਾਹਨਾ ਜਿਹੜਾ ਤੇਰਾ ਬਣਾਇਆ ਹੋਇਆ ਨਹੀਂ। ਇਹ ਘਰ ਤਾਂ ਰੱਬ ਦਾ ਬਣਾਇਆ ਹੋਇਆ, ਉਹਨੂੰ ਤੂੰ ਆਪਣਾ ਬਾਪੂ ਸਮਝਦਾ ਨਹੀਂ। ਕੁਝ ਗੱਲਾਂ ਸਾਡੇ ਸਾਹਮਣੇ ਸਵਾਲੀਆ ਨੇ। ਇਸ ਲਈ ਉਸ ਦੇ ਹੁਕਮ ਵਿੱਚ ਰਹਿਣਾ ਤੇਰਾ ਬਣਦਾ ਹੈ। ਇਸੇ ਨਿਯਮ ਅਨੁਸਾਰ ਹੀ ਅੰਦਰ ਦਾ ਘਰ ਬੰਧਾਨੀ ਬਣਾਵੇਗਾ। ਉਹਨੇ ਵੀ ਤੈਨੂੰ ਇਸੇ ਨਿਯਮ ਅਨੁਸਾਰ ਬਣਾਉਣਾ ਹੈ ਕਿ ਦੇਖ, ਤੂੰ ਜੇ ਬਾਹਰ ਦਾ ਘਰ ਸਾਰਾ, ਕੁਦਰਤ ਸਾਰਾ ਸੰਸਾਰ ਰੱਬ ਦਾ ਘਰ ਸਮਝੇਗਾ ਤੇ ਉਹਨੂੰ ਰੱਬ ਨੂੰ ਆਪਣਾ ਮਾਲਕ, ਆਪਣਾ ਬਾਪੂ ਸਮਝੇਗਾ, ਸਾਂਝਾ ਸਾਧ, ਤਾਂ ਹੀ ਤੂੰ ਕਿਸੇ ਘਰ ਦੀ ਰੂਪ ਰੇਖਾ ਚਿੱਤਰ ਸਕੇਗਾ। ਗੁਰੂ ਹੁਕਮ ਕਰਦਾ ਹੈ ਕਿਉਂਕਿ ਗੁਰੂ ਅੰਦਰ ਦੇ ਘਰ ਦਾ ਸਾਜਣ ਵਾਲਾ, ਉੱਥੋਂ ਦਾ ਰਾਜਾ ਹੈ। ਅੰਦਰ ਜਿਹੜਾ ਘਰ ਹੈ, ਜਿਹੜਾ ਉਸ ਬੰਧਾਨੀ ਨੇ ਬਣਾਇਆ, ਉਹਦੇ ਤੇ ਰਾਜ ਹੁੰਦਾ ਚੱਲਦਾ। ਜਿਸ ਦਿਨ ਤੂੰ ਗੁਰੂ ਦੀ ਗੱਲ ਮੰਨਣੀ ਛੱਡ ਦਿੱਤੀ, ਉਸ ਦਿਨ ਸਮਝ ਲਈ ਤੇਰਾ ਅੰਦਰ ਦਾ ਸਿਧਾਂਤਕ ਘਰ ਖਤਮ ਹੋ ਗਿਆ, ਢਹਿ ਗਿਆ। ਤੇ ਸਤਿਗੁਰੂ ਕਹਿੰਦੇ ਨੇ, ਹੁਕਮ ਮੰਨੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਗੁਰੂ ਬਚਨ ਕਰਦਾ ਹੈ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ, ਪਾਹਣ ਨੀਰ ਪਖਾਲੀਏ ਭਾਈ, ਜਲ ਮੈਂ ਬੂਢਾ ਤੇ। ਪਰ ਅੱਜ ਮਨੁੱਖ ਗੁਰੂ ਨੂੰ ਬੰਧਾਨੀ ਮੰਨ ਕੇ ਉਸਦੇ ਹੁਕਮ ਵਿੱਚ ਵੀ ਨਹੀਂ ਰਹਿਣਾ ਚਾਹੁੰਦਾ। ਵੀ ਉਹਨੇ ਆਖਿਆ ਦੇਵੀ ਦੇਵਾ ਮੈਂ ਤਾਂ ਦਿਨ ਰਾਤ ਭਗਵਤੀ ਨੂੰ ਪੂਜਣਾ ਹੈ। ਸੋਚੋ, ਇਹ ਗੱਲਾਂ ਸਾਡੇ ਸਾਹਮਣੇ ਸੱਚਾਈ ਔਰ ਬਾਪਰੂਫ ਨੇ, ਜਿਹੜੀਆਂ ਸਾਡੇ ਸਾਹਮਣੇ ਸਵਾਲੀਆ ਫਿਕਰਾਂ ਬੜੀਆਂ ਖਲੋਤੀਆਂ ਨੇ। ਗੁਰੂ ਕਹਿੰਦੇ ਨੇ ਅੱਜ ਮਨੁੱਖ ਰੱਬ ਨੂੰ ਵੀ ਨਹੀਂ ਮੰਨਦਾ, ਗੁਰੂ ਨੂੰ ਵੀ ਨਹੀਂ ਮੰਨਦਾ। ਰੱਬ ਨੂੰ ਤਾਂ ਵਾਹਿਗੁਰੂ ਬਖਸ਼ੇ ਇਹੋ ਜਿਹੇ ਲਫ਼ਜ਼ ਵਰਤੇ ਹੋਏ ਮੈਂ ਸੁਣਦਾ ਕਿ ਰੱਬ ਜੀ ਇੱਕ ਯੱਬ ਹੈ। ਉਹ ਲੋਕ ਵੀ ਨੇ ਜਿਹੜੇ ਰੱਬ ਨੂੰ ਯੱਬ ਕਹਿੰਦੇ ਨੇ। ਮੈਂ ਹੀ ਕਹਿੰਦੇ ਨੇ, ਮੈਂ ਹੀ ਰੱਬ ਹਾਂ, ਮੈਂ ਹੀ ਸਭ ਕੁਝ ਕਰ ਸਕਦਾ। ਭਲਿਆ ਗੁਰਬਾਣੀ ਵੱਲੋਂ ਸਵਾਲ ਹੈ, ਪੰਚ ਤਤ ਕਰ ਤੂੰ ਸਿਸ਼ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਕਹੋ ਮਨੁੱਖ ਤੇ ਕਿਆ ਹੋਇਆ ਵੇ, ਵਾਹ, ਜੇ ਤਿਸ ਭਾਵੇ ਸੋਈ ਕਰਾਵੇ। ਗੁਰੂ ਤਾਂ ਰੱਬ ਨੂੰ ਸਰਵ ਸ਼ਕਤੀਮਾਨ ਕਹਿੰਦਾ ਹੈ, ਜਿਸ ਦੇ ਹੁਕਮ ਵਿੱਚ ਭੈ ਵਿੱਚ ਸੂਰਜ ਚੰਦਰਮਾ ਕਰੋੜਾਂ ਦਾ ਭੈ ਕੋ ਕਰੋੜੀ ਚਲਤ ਨਾ ਅੰਤ। ਆਪਣੇ ਆਪ ਨੂੰ ਰੱਬ ਕਹਿਣ ਵਾਲਿਆ ਵੀਰਾ, ਤੂੰ ਇੱਕ ਦਿਨ ਸੂਰਜ ਦੇ ਚੜ੍ਹਨ ਉਤਰਨ ਦੀ ਦਿਸ਼ਾ ਅਤੇ ਸਮਾਂ ਬਦਲ ਕੇ ਦਿਖਾ। ਜੀ ਤੂੰ ਕਹਿਣਾ ਮੇਰੇ ਹੱਥ ਵਿੱਚ ਸਭ ਕੁਝ ਹੈ। ਇੱਕ ਦਿਨ ਕੁਝ ਬਦਲਣਾ ਹੈ, ਬਦਲ ਕੇ ਦਿਖਾ। ਨਹੀਂ ਤਾਂ ਫਿਰ ਇਉਂ ਕਰ ਵੀ ਉਸ ਮਾਲਿਕ ਦੀ ਬਰਕਤ ਅੱਗੇ ਸਿਰ ਝੁਕਾ ਦੇ ਅਤੇ ਸਾਰੀ ਕੁਦਰਤ ਦੀ ਕਾਇਨਾਤ ਨੂੰ ਉਸ ਰੱਬ ਦਾ ਘਰ ਮੰਨ ਲੈ, ਜਿਸ ਦੇ ਘਰ ਵਿੱਚ ਅਸੀਂ ਤੁਸੀਂ ਰਹਿੰਦੇ ਹਾਂ। ਸਾਨੂੰ ਹੱਕ ਦਿੱਤਾ ਗਿਆ, ਅਸੀਂ ਉਹਦੇ, ਪਰ ਉਹਦੇ ਹੱਕ, ਉਸ ਹੱਕ ਵੀ ਕਿਤੇ ਗਵਾ ਨਾ ਬੈਠੀ। ਤੁਹਾਡੇ ਨਾਲ ਕੁਝ ਸਾਂਝਾ ਕਰਨਾ ਚਾਹਨਾ ਜੀ। ਗੁਰੂ ਸਾਹਿਬ ਕਹਿੰਦੇ, ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਇਆ ਧਿਆਵਣ ਜੋਗ। ਧਿਆਵਣ ਜੋਗ ਕਿਹੜੀ ਅਜੀਬ ਗੱਲ ਹੈ। ਤੂੰ ਮਨੁੱਖਾਂ ਨੂੰ ਤਾਂ ਭਗਵਾਨ ਮੰਨ ਰਿਹਾ ਹੈ, ਪਰ ਰੱਬ ਮੰਨਦਿਆਂ ਤੈਨੂੰ ਸੰਗ ਆਉਂਦੀ। ਗੁਰਬਾਣੀ ਅੰਦਰ ਬੜੀ ਖੂਬਸੂਰਤ ਇੱਕ ਐਗਜ਼ਾਮਪਲ ਦਿੱਤੀ। ਸਤਿਗੁਰੂ ਕਹਿੰਦੇ ਨੇ, ਪਵਨ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਅੰਦਰਲੇ ਦਹਿ ਮੂੰਡ ਘਟਾਇਆ, ਰਾਵਣ ਮਾਰ ਕੇ ਵੱਡਾ ਭਇਆ ਹੈ। ਮੂਰਖਤਾ ਦੇ ਕਾਰਨ ਰਾਵਣ ਆਪਣੀ ਜਾਨ ਗਵਾ ਬੈਠਾ, ਮਾਰਿਆ ਗਿਆ ਆਪਣੀ ਮੂਰਖਤਾ ਦੇ ਕਾਰਨ। ਤੇ ਜਿੰਨੇ ਉਹਨੂੰ ਮਾਰਿਆ, ਉਹ ਤ੍ਰੇਤੇ ਯੁੱਗ ਵਿੱਚ ਪੈਦਾ ਹੋਇਆ ਦਸ਼ਰਥ ਦਾ ਪੁੱਤਰ ਰਾਮ ਸੀ। ਤੂੰ ਉਸਨੂੰ ਤਾਂ ਭਗਵਾਨ ਆਖ ਰਿਹਾ, ਜਿਹਨੇ ਇੱਕ ਰਾਵਣ ਨੂੰ ਮਾਰਿਆ, ਜਿਹੜਾ ਰਾਵਣ ਵੀ ਆਪਣੀ ਮੂਰਖਤਾ ਨਾਲ ਮਰਿਆ।
ਤੇ ਜਿਸ ਮਾਲਿਕ ਨੇ ਧਰਤੀ ਪੈਦਾ ਕੀਤੀ, ਪੌਣ ਪੈਦਾ ਕੀਤੀ, ਜਲ ਪੈਦਾ ਕੀਤਾ, ਅਗਨੀ ਪੈਦਾ ਕੀਤੀ ਹੈ, ਕਿਹੜੀ ਅਜੀਬ ਗੱਲ ਹੈ। ਉਹਨੂੰ ਭਗਵਾਨ ਰੱਬ ਮੰਨਣ ਲੱਗਿਆ ਤੈਨੂੰ ਸੰਗ ਆਉਂਦੀ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, पवन उपाय धरी सब धरती, जल अग्नि का बंद किया, अंधले दस मून कटाया, रावण मार क्या बड़ा भया। कहन लगे इसलिए चंगी गल इहो ही है कि क्या उपमा तेरी आखी जाए, ओदी उपमा ओदी सिफत कर, तू सर्वे पूर रहा लिवलाए। एक कुदरत उसका घर है ਅਤੇ ਇਸ ਘਰ ਵਿੱਚ ਤੁਸੀਂ ਅਸੀਂ ਸਾਂਝਾ ਸਾਹਿਬ ਬਾਪ ਹਮਾਰਾ ਦਾ ਪਰਿਵਾਰ ਹਾਂ। ਮੈਂ ਸਾਰੀ ਗੱਲ ਨੂੰ ਅੱਗੇ ਤੋਰ ਕੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸਾਨੂੰ ਆਪਣਾ ਜਿਸ ਘਰ ਨੂੰ ਅਸੀਂ ਤਸੱਵਰ ਕੀਤੀ ਬੈਠੇ ਹਾਂ ਉਹਦੇ ਵਿੱਚ ਵੀ ਸਾਨੂੰ ਇਹ ਗੱਲਾਂ ਸਮਝਣੀਆਂ ਤੇ ਇਹ ਸਟੱਡੀ ਇਸ ਘਰ ਦੀ ਕਰਨੀ ਬਹੁਤ ਸਹਾਇਕ ਹੋਏਗੀ। ਕਿਉਂ ਲੋੜ ਹੈ? ਕਹਿਣ ਲੱਗੇ ਘਰ ਵਿੱਚ ਅਸੀਂ ਤੁਸੀਂ ਇੱਕ ਸਾਂਝਾ ਸਾਹਿਬ ਬਾਪ ਹਮਾਰਾ ਦਾ ਪਰਿਵਾਰ ਹਾਂ। ਸਾਡਾ ਇੱਕ ਗ੍ਰੰਥ, ਇੱਕ ਪੰਥ। ਸ਼ਰਤ ਇਹ ਹੈ ਕਿ ਉਹ ਸਾਂਝਾ ਸਾਹਿਬ ਬਾਪ ਹਮਾਰਾ ਮੰਨ ਲਈਏ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਤੇ ਦੇ ਆਧਾਰ ਤੇ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਤੂੰ ਏਕੋ ਸਾਹਿਬ ਅਵਰ ਨਾ ਹੋਰ, ਬਿਨੋ ਕਰੇ ਨਾਨਕ ਕਰ ਜੋੜ। ਹੋਰ ਕੋਈ ਨਹੀਂ, कोई होर महाकाल काल का भगवती नहीं। जे एक पिता एक किसके हम बारिक गुर बचन नहीं मनेगा ते फिर याद कर सतगुरु बाणी विच बड़ा वड्डा उलांभा दिंदे ने, क्योंकि तू एक बापू नूं मनण लई तैयार नहीं है। गुरु कहंदे तू एको साहिब आवर ना होर, पर तू लाइना लगाई बैठा है, कई रब बन ते कई भगवान बनाई बैठा है। ਤੇ ਫਿਰ ਗੁਰੂ ਹੀ ਬਾਣੀ ਅੰਦਰ ਇੱਕ ਲਫ਼ਜ਼ ਦਾ ਉਲਾਂਭਾ ਦਿੰਦੇ ਨੇ। ਜੇ ਤੇਰੇ ਕੋਲ ਸੁਣਨ ਦੀ ਸ਼ਕਤੀ ਹੋਵੇ, ਸਮਝਣ ਦੀ ਸ਼ਕਤੀ ਹੋਵੇ। ਉਹ ਲਫ਼ਜ਼ ਕੀ ਨੇ? ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਬੇਸਵਾ ਕੇ ਘਰ ਬੇਟਾ ਜਨਮਿਆ, ਪਿਤਾ ਤਾਹੇ ਕਿਆ ਨਾਮ ਸਦਈਆ। ਬੇਸਵਾ ਦੇ ਘਰ ਪੁੱਤਰ ਪੈਦਾ ਹੋਵੇ, ਉਹਦੇ ਕੋਲੋਂ ਕੋਈ ਪੁੱਛੇ ਤੇਰੇ ਪਿਤਾ ਦਾ ਨਾਂ ਕੀ, ਦੱਸ ਸਕੇਗਾ? तेरी हालत आज ये तो नहीं। तू एक पिता एक किसके हम बारक मंडल लिए तैयार नहीं, फिर दस किंदे घर नूं अपना घर आखेगा, किंदी विरासत नूं अपने विरासत आखेगा, किंदे घर दे नक्शे ते किंदियां दलीजां विच बैठ के तू आखेगा ये घर मेरा है। सवाल ने और बाणी विचों ने। सतगुरु कहते हैं, बेसवा के घर बेटा जन्मिया, पिता ताहे क्या नाम सदैया। तेरा ना गुरु पिता एक है, ना प्रभु पिता एक है, फिर किस पिता दे घर नूं अपना घर आखेगा? मालिक दी एक आवाज सुन, आप सवारे मैं मिले, मैं मिलिया सुख होए, जे तू मेरा होए रहे सब जग तेरा होए। जे एक बापू का बन जाएगा तो विश्वास कर सारा संसार रूपी घर तेरा अपना वड्डा घर होएगा, क्योंकि तेरे बापू का घर है। जे तू मेरा होए रहे सब जग तेरा होए। असल में रब जिसने सारा संसार घर बनाया अते गुरु जिसने तेरे अंदर दा गुणा रूप घर बनाया, उन्हां दोहां नाल तेरी बनदी नहीं। मैं तेरे नाल ये गल्लां करना चाहता, उन्होंने दोवां नाल तेरी नहीं बन रही। ना तू गुरु दा बन सके, क्योंकि तू एक गुरु दी बाणी नहीं, गुरु रूप बाणी नहीं मन रहा। ना तू रब दा पिता, रब नूं पिता मन रहा है, क्योंकि तू कुदरत नूं बापू आख रहा है, जिहड़ी एक नहीं। फैसले मेरे नहीं, मैं तुहाडे सामने जो कुछ हो रहा है गुरबाणी राही भी वो तुहाडे सामने रख रहा। सतगुरु कहते हैं, विश्वास कर गुरु अते रब नालों टुट के तू अपना घर नहीं उसार सकेगा। ये विश्वास कर ले, नहीं उसार सकेगा। यहो कारण है, अगे चलना चाहना, यहो कारण है अज तू बेकार होया फिरदा है, अते बेकार दी हालत विच बुखला के
बेघर लोग जिन्हां दा कोई ठिकाना ना होए बुखला जाते हैं। बुखला के तू कदी गुरबाणी की बख्शी जीवन जाच विच मर्यादा के नाम हेठ अमृत नितनेम विच कच्चियां रचनावां पा के गुरु के सिद्धांत रूपी रूप अंदर दे घर अते कदी बाहर संसार रूप घर ते कब्जा कर। हुण तेरे कोल अपना घर ते है नहीं, बेघर है तू। हुण लोगों के घरां ते कब्जा करना है, कदे तू गुरु के घर ते कब्जा करना है मर्यादा के मसले नूं लैके, कदे तू रब के घर ते कब्जा करना है कि मैं ही कुदरत साजन और मैं ही रब हाँ। हाँ जी, कहने लगे किस लिए करना है? क्योंकि तू संसार अंदर एक गल जान चुका है कि जिंदा अपना घर कोई नहीं उनका राज कोई नहीं। हुणे प्रभु सिंह ने भी कहा सी कि असी अपना राज, अपना देश, अपना घर चाहते हैं। इन्हां दा कोई आपसी रिश्ता है? ते राज किंदा जिंदा हुक्म चलदा। इसलिए तो वो आप बेघर होया होया, तेनू घर उसारना नहीं आ रहा, नक्शा तू किसी घर का लै नहीं रहा, बापू का घर विरासत तू मन नहीं रहा क्योंकि बापू नू नहीं मन रहा। इसलिए तू बेघर है। तू हुण हुक्म चलाना चाहना कि मेरा घर बने, मेरा राज बने। हुक्म चलाना चाहना तो हुक्म चलाने लई तू पराए घरां ते जिन्ना तू अपना घर नहीं मनने उन्हां ते कब्जा करना है। कदे गुरु के घर सिद्धांत ते कब्जा करने की कोशिश करना है कि सिद्धांत मेरे गुरु का ना चले, मेरा चले। उनका नतीजा है अज गुरुद्वारियां विच भी जिथे श्री गुरु गोबिंद साहब का प्रकाश है उत्थे भी गुरु की मर्यादा, गुरुवाणी की दसी हुई अगवाई नहीं चल रही। तू चाहना मेरी अगवाई चले, मेरी मनमत चले, चल रही है तू क्योंकि कब्जे किते हुए ने, तेरा अपना घर कोई नहीं, तू कब्जा किया हुआ है। पर एक ख्याल करी, इस कब्जे दे विचार विचों, कब्जे दी दुष्कर्मी विचों ही संसार दे सारे दुख तेरे भी ते संसार दे भी पैदा हुए ने। बस इसे दुष्कर्मी विचों ही पिंजरे, जाल, फाइयां अते फाईवाल 50 पैदा होए ने, जिन्हें जानवरों नूं, जीवां नूं पिंजरे विच पाया। वो भी ये चाहता भी ये आज़ाद ना हो, साडे हुक्म विच रहन। जिन्हें फाइयां पाइयां ने वो भी ये होंदा, क्योंकि ये विचार किसी दूजे दे जीवन ते कब्जा करन दी विचार जिहड़ी है उहदे विचों ये सारा दुखांत पैदा होया। इस कब्जे की सोच विचों बाबर पैदा होया, मीर मन्नू पैदा होया, हिटलर पैदा होया, औरंगजेब पैदा होया। एक ख्याल करी, इस सोच ने आइटम बम बनाए, हाइड्रोजन बम बनाए, किसी ने इसे ने मनुखता घात लई बरूद की फसल दे ढेर ला दिते। ये सारा कुछ बढ़िया क्यों है? दूजे ते कब्जा करने लई, दूजे ने दबा के। ये जिन्ना कुछ भी बनया है तो दूजे नूं दबा के रखण लई। कदी इहदी गहराई में जाओ, गुरु कहते ने फसल जिहड़ी बरूद की पैदा हुई अज संसार अंदर असीं देख रहे हैं, वो भी किसी ते कब्जा करने की सोच विचों पैदा हुई। कहने लगे इस कब्जे की सोच ने मनुखता विच वंडियां, भरामारू जंग, जुल्म, नफरत, अन्याय, बेविश्वासी, शबीलां अते छेकण वर्गीय मनहूस सिद्धांतां नूं जन्म दिता। क्योंकि जिहड़ा ना मन्ने मेरा हुक्म क्यों नहीं मनता, इनू छेक दो, इहदे ते शबील ला दिओ। तो मेरे कहने का मतलब है जिन्ना दुखांत संसार का है वो सारे संसार दे इस दुखांत दे पिछे इको ही ख्याल कम कर रहा है, वो ये कि मैं अपना राज कायम करा। पर वो बनाने का तरीका गलत हो रहा, उन्होंने सी समझना है गुरबाणी विचों। वो भलिया सोच रब अते गुरु दे सामने आकी हो के तू अपना घर नरक नहीं बना लिया। ये सारा कुछ भावें वो शबीला ने ते भावें वो संसार दे आइटम बंब ने ते भावें जो कुछ, ये सारा नरक ही बन गया है ना। कि तू इसे घर विच इसे तरह जुल्म दे राज विच बीती 84 वांगू तलवारां, तोपां, स्टेन गनां दी छां हेठी जीउणा चाहुंदा? 84 दे हालात बीते जिहड़े ने वो तो तेरे सामने ने।
ये भी तो आखिर उसे सोच विचों पैदा होए कि मेरा कब्जा है, मेरा राज है, मेरी गल फलाना क्यों नहीं मनता, मेरा राज मेरे सामने, मेरा तख्त होवे, मैं सिंहासन ते बैठी होवां ते मेरे सामने कोई अकाल तख्त की गल करे। तो ये सारी कब्जे की भावना विचों 84 पैदा हुई है। कहने लगे इस रात 84 वांग तलवारपान की छां तू जीना चाहना है। एक ख्याल करी, यकीन कर, जितनी देर गुरबानी गावो भाई, ये सफल सदा सुखदाई दे सच दी मिठी धुन तेरे अंदर नहीं समाएगी, उतनी देर तोपां गोलियां टैंकां ते स्टैन गणां दी गड़गड़ाहट खत्म नहीं होएगी। विश्वास कर लै, अज मैं वक्त दे हालात, बीते हालात, हंडाए हुए हालात ते श्री गुरु ग्रंथ साहब की बाणी की अगवाई की रोशनी विच तेरे नाल एक सच दीयां गल्लां कुछ करना ही चाहना। उन्नी देर खत्म नहीं हो सकेगा जिन्नी देर तू गुरबाणी, केवल गुरबाणी दी रोशनी विच नहीं आवेगा। हुण तू फैसला कर, अपना घर तू किहो जिहा चाहुंदा है। गुरु बंधाणी दा बनाया होया, प्रभु दा सिरजिया होया सच धर्म दा घर, ਜਾਂ ਗੁਰੂ ਅਤੇ ਰੱਬ ਤੋਂ ਆਕੀ ਹੋ ਕੇ ਆਪਣੇ ਕਬਜ਼ੇ ਦੀ ਸੋਚ ਵਿੱਚੋਂ ਤਮੀਰ ਕੀਤਾ ਹੋਇਆ ਆਪਣਾ ਘਰ। ਫੈਸਲਾ ਕਰ। ਇੱਕ ਗੱਲ ਯਾਦ ਰੱਖਿਓ, ਜੇ ਚਾਹੁੰਦੇ ਹੋ ਕਿ ਮੁੜ ਬਾਬਰ, ਮੀਰ ਮੰਨੂ, ਹਿਟਲਰ ਜਾਂ ਕੋਈ ਜ਼ਾਲਿਮ 84 ਵਰਗੇ ਔਰੰਗਜ਼ੇਬੀ ਹੁਕਮ ਨਾ ਦੇ ਸਕੇ ਤਾਂ ਅੰਦਰ ਬਾਣੀ गुरु है, बाणी विच बाणी अमृत सारे, गुरबाणी कहे सेवक जन माने, परतख गुरु निस्ताए, गुरु सिद्धांत दा अंदरला घर बनाओ ते बाहरला संसार रूपी साझा साहिब बाप हमारे दा घर अपना घर समझो, उन्हां विच नेड़ता पैदा करो। हुण आउण वाले समय अंदर मैं कोशिश करांगा अजे इस घर नूं मैं घर के सबजैक्ट में होर अगे तोड़ के अपने घर तक पहुँचाना चाहना कि किहड़ियां चीज़ों की सानू सहायता की लोड़ सी जिहड़ी सानू नहीं मिल सकी ते क्यों नहीं मिल सकी। गुरु कहते ने एक ख्याल कर, जे तू साझा साहिब बाप दा हमारे दा घर अपना बना लै, फिर ही अपना घर इहो जिहा बनेगा जिस विच मेहरबान दा हुक्म होवेगा। वो साझा साहिब फिर हुक्म करेगा, वो आखेगा हुण हुक्म होआ मेहरबान दा, भाई कोई ना किसे रे जानदा, सब सुखाली उठियां ये होआ हले मीरा जी। फिर इस घर दा हर वसनीक बाबा रविदास वांगू खुशी खेड़े विच खीवा होके आखेगा बेगुमपुरो शहर को नो हम वो खूब वतन गए पाई, वहाँ खैर सदा मेरे भाई। वो आखेगा बेगमपुरा शहर को नो, दुख अंदो नहीं ते ठाओ, ना तस्वीर खिराज ना माल, खौफ ना खता ना दरस जवाब। फिर वो आखेगा कायम दाम सदा पातशाही, दोम ना सेम एक सुवाही, आबादान सदा मशहूर, वहाँ गणी बसे मामूर, त्यों त्यों सैल करे जो भावे, महरम महल न कोट कावे, ते अखीर ते कहेगा कह रमदास खलास तुम्हारा, जो हम शहरी सो मीत हमारा। एक करियो अपना घर जिहड़ा अज तुसीं असीं तसव्वुर कर रहे हाँ ਅਤੇ ਜਿਹੜਾ ਅੱਜ ਦੇ ਸੰਘਰਸ਼ ਦਾ ਕੇਂਦਰ ਮੰਨਿਆ ਜਾ ਰਿਹਾ ਹੈ, ਜਿਹਨੂੰ ਅਸੀਂ ਲੈ ਕੇ ਤੁਰੇ ਹਾਂ, ਜਿਸ ਗੱਲ ਤੋਂ ਅੱਜ ਅਸੀਂ ਭਾਵੇਂ ਅੰਦਰ ਦੇ ਘਰ ਦੀ ਗੱਲ ਕਰੀਏ ਭਾਵੇਂ ਬਾਹਰ ਦੇ ਘਰ ਦੀ ਗੱਲ ਕਰੀਏ, ਪਰ ਜਦੋਂ ਆਪਣਾ ਘਰ ਲਫ਼ਜ਼ ਹੀ ਵਰਤਿਆ ਜਾਂਦਾ ਉਦੋਂ ਅਸੀਂ ਕੁਝ ਹੋਰ ਸੋਚ ਰਹੇ ਹੁੰਦੇ ਹਾਂ। ਪਰ ਭਲਿਓ ਮੈਂ ਵੀ ਇਹ ਨਹੀਂ ਕਿ ਮੈਂ ਉਸ ਘਰ ਵੱਲੋਂ ਅੱਖਾਂ ਮੀਟੀ ਬੈਠਾ, ਪਰ ਇੱਕ ਖਿਆਲ ਕਰਿਓ ਮੈਂ ਬੜੀ ਵਿਸ਼ਾਲਤਾ ਨਾਲ ਤੇ ਬੜੀ ਬੇਬਾਕੀ ਨਾਲ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ, ਜਿਹੜੀਆਂ ਸਾਡੇ ਹਰ ਸਮੇਂ ਹਰ ਮੋੜ ਤੇ ਸਾਡੇ ਆਪਣੇ ਘਰ ਲਈ ਸਹਾਇਕ ਹੋਣ, ਕਿਉਂਕਿ ਬਹੁਤ ਸਾਰੀਆਂ ਹੱਡ ਬੀਤੀਆਂ ਮੇਰੇ ਜੀਵਨ ਦੀਆਂ ਐਸੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਉਹਨਾਂ ਦੀ ਸਾਨੂੰ ਲੋੜ ਕਿਉਂ ਹੈ? ਅੱਜ ਜਿਸ ਘਰ ਦੀ ਅਸੀਂ ਗੱਲ ਕੀਤੀ ਹੈ ਨਾ ਕਿ ਸਾਨੂੰ ਬਾਹਰਲੇ ਘਰ ਸੰਸਾਰ ਦੇ ਘਰ ਨੂੰ ਵੀ ਸਮਝਣਾ ਹੈ, ਪਛਾਣਨਾ ਹੈ, ਉਹ ਮੇਰੇ ਮਾਲਕ ਦਾ ਘਰ ਹੈ, ਉਹਦੇ 'ਚ ਵੀ ਸਾਡੀ ਸਾਂਝ ਹੈ, ਉਹਦੇ ਡਿਜ਼ਾਈਨ ਦਾ, ਉਹ ਸਾਨੂੰ ਉਸ ਦੇ ਨਕਸ਼ੇ ਦਾ ਪਤਾ ਹੋਵੇ।
मैं उस संबंधी भी तुहाडे नाल कुछ गल्लां करनियां ने कि असीं उस नक्शे तो किवें खुंजे आ। और मेरियां हड्ड बीतियां ने ਜਿਹੜੀਆਂ मैं आने वाले समय 'ਚ ਤੁਹਾਡੇ ਨਾਲ ਸਾਂਝੇ ਕਰਾਂਗਾ। ਇਸ ਲਈ मैं ਚਾਹਾਂਗਾ कि अगला प्रोग्राम भी अजे ਅਸੀਂ ਇਸੇ सब्जैक्ट ਨੂੰ ਚੱਲਣ ਦੇਈਏ, अपना घर, ताकि ਇਹ एक ऐसा मसला है ਜਿਹੜਾ ਸਾਡੇ सदियों तो पुराना भी है, ਜਿਵੇਂ ਪਵਦੀਪ ਸਿੰਘ ਨੇ ਕਿਹਾ ਸੀ ਗੁਰੂ ਨਾਨਕ ਨੇ ਸਿਰਜੇ, ਕਿ ਸਾਡੇ ਵਰਤਮਾਨ ਦਾ, ਸਾਡੇ ਬੀਤੇ ਦਾ, ਵਰਤਮਾਨ ਦਾ ਸਮਾਂ ਵੀ ਹੈ ਤੇ ਆਉਣ ਵਾਲੇ ਭਵਿੱਖ ਲਈ ਵੀ ਸਾਨੂੰ ਇਹ ਗੱਲ ਸਾਰੀ ਸਮਝਣ ਲਈ ਬਹੁਤ ਜ਼ਰੂਰੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੱਕਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ। ਆਪਣਾ ਘਰ ਬਾਖੂਬੀ ਬਹੁਤ ਡੈਪਥ ਵਿੱਚ ਜਾ ਕੇ, ਬਹੁਤ ਗਹਿਰਾਈ ਨਾਲ ਉਹਨੂੰ ਖੋਲ ਰਹੇ ਨੇ। ਪਿਛਲੇ ਹਫਤੇ ਅਸੀਂ ਗੱਲ ਕੀਤੀ ਸੀ ਜੋ ਬ੍ਰਹਮੰਡੇ ਸੋਈ ਪਿੰਡ ਹੈ। ਅਸੀਂ ਬਾਹਰੀ ਘਰ ਬਣਾਉਣਾ ਹੈ, ਸਾਡਾ ਮਿਸ਼ਨ ਹੈ, ਪਰ ਖੜਾ ਕਿੱਥੇ ਹੋਏਗਾ? ਨੀਹਾਂ ਤੇ। ਜੇ ਨੀਹਾਂ ਤੋਂ ਬਿਨਾਂ ਹੀ ਚੱਕ ਦਿੱਤਾ, ਚੱਕਿਆ ਸੀ ਅਸੀਂ ਅੱਗੇ, ਨੀਹਾਂ ਕਮਜ਼ੋਰ ਸਨ। ਸਾਡੇ ਉਸ ਘਰ ਦੀ ਉਮਰ ਬੜੀ ਬਹੁਤ ਛੋਟੀ ਹੋ ਨਿਬੜੀ ਤੇ ਉਹਦਾ ਅੰਤ ਵੀ ਲੜਕੇ ਨਹੀਂ, ਧੋਖਿਆਂ ਦੇ ਵਿੱਚ, ਬੇਵਿਸ਼ਵਾਸੀਆਂ ਵਿੱਚ ਹੋ ਗੁਜ਼ਰਿਆ। ਖਾਲਸਾ ਫੌਜ ਦੇ ਅੰਦਰ ਉਹ ਪੰਚ ਜਿਹੜੇ ਅੱਜ ਪੰਚ ਨੇ, ਜਿਹੜੇ ਤੁਹਾਨੂੰ ਅੱਜ ਪੰਚ ਪ੍ਰਧਾਨੀ ਜਾਂ ਪੰਜ ਅਖੌਤੀ ਜਥੇਦਾਰ ਨਜ਼ਰ ਆਉਂਦੇ ਨੇ, ਇੱਦਾਂ ਦੇ ਪੰਜ ਫੌਜਾਂ 'ਚ ਇਕੱਠੇ ਹੋ ਗਏ। ਉਹ ਪੰਚ ਕਦੀ ਕਿਸੇ ਪਾਸੇ, ਕਦੀ ਕਿਸੇ ਪਾਸੇ, ਕਦੀ ਕਿਸੇ ਨੇ ਰੁਝਾ ਲਏ, ਕਦੀ ਕਿਸੇ ਨੇ ਰੁਝਾ ਲਏ। ਉਹਨਾਂ ਪੰਚਾਂ ਦਾ ਅੰਦਰ ਜਿਹੜਾ ਫੈਸਲਾ ਲਾਗੂ ਹੋਣਾ ਸ਼ੁਰੂ ਹੋ ਗਿਆ। ਤੇ ਮੈਂ ਪਿਛਲੀ ਵਾਰਾਂ ਵੀ ਜ਼ਿਕਰ ਕੀਤਾ ਸੀ, ਕਿਉਂਕਿ ਨੀਹਾਂ ਨਹੀਂ ਸਨ, ਸਾਡੀਆਂ ਬਾਹਰਲੀਆਂ ਇੱਟਾਂ ਕੰਧਾਂ ਢਹਿ ਗਈਆਂ। ਇੱਥੇ ਇੱਕ ਕੌਰ, ਜਿੰਦ ਕੌਰ, ਜੋ ਕਿ ਬੜੀ ਦਾਨੀ ਸੀ, ਸਿਆਣੀ ਸੀ, ਪਰ ਪਤੀ ਤੇ ਵਿਸ਼ਵਾਸ ਨਾ ਕਰ ਪਾਈ, ਪੁੱਤ ਪਿਓ ਤੇ ਵਿਸ਼ਵਾਸ ਨਾ ਕਰ ਪਾਇਆ, ਭਰਾ ਭਰਾ ਤੇ ਵਿਸ਼ਵਾਸ ਨਾ ਕਰ ਪਾਏ। ਪਰ ਫਿਰ ਵੀ ਕਿਉਂਕਿ ਆਪਣਾ ਘਰ ਸੀ, ਉਹਦੇ ਅੰਦਰ ਕੁਛ ਜਿਹੜੀ ਲਾਈਟ ਸੀ, ਉਹਦੀ ਕੁਝ ਖੂਬਸੂਰਤੀ ਜਿਹੜੀ ਸੀ, ਉਹ ਤੇ ਹੋਰ ਆਮ ਘਰਾਂ ਨਾਲੋਂ ਵੱਖਰੀ ਸੀ, ਜਿਹਦੀ ਅੱਜ ਸ਼ੋਭਾ ਸਾਰੀ ਦੁਨੀਆ ਗਾਉਂਦੀ ਹੈ ਉਸ ਘਰ ਦੀ। ਪਰ ਅਸੀਂ ਆਪਾ ਵਿਸ਼ਲੇਸ਼ਣ ਕਰ ਰਹੇ ਹਾਂ, ਅਸੀਂ ਖੂਬੀਆਂ 'ਚ ਨਾ ਜਾ ਕੇ ਆਪਣੀਆਂ ਕਮੀਆਂ 'ਚ ਜਾ ਰਹੇ ਹਾਂ। ਅਸੀਂ ਅੱਜ ਡਿਸਟਰਕਟਿਵ ਅਪਰੋਚ ਅਪਣਾ ਰਹੇ ਹਾਂ, ਕਿਉਂਕਿ ਡਿਸਟਰਕਸ਼ਨ ਹੀ ਕੰਸਟਰਕਸ਼ਨ ਹੈ। ਮੈਂ ਕਿਸੇ ਵੇਲੇ ਆਮ ਕਰਕੇ ਜਦੋਂ ਲੋਕ ਕਹਿੰਦੇ ਨੇ ਵੀ ਨੈਗੇਟਿਵ ਗੱਲਾਂ ਨਾ ਕਰੋ, ਨੈਗੇਟਿਵ ਗੱਲਾਂ ਨਾ ਫੈਲਾਓ, ਚੜ੍ਹਦੀ ਕਲਾ ਦੀ ਗੱਲ ਕਰੋ, ਮੈਂ ਹੈਰਾਨ ਹੋ ਜਾਂਦਾ ਵੀ ਇਹ ਇੱਦਾਂ ਹੈ ਜਿਵੇਂ ਕਿਸੇ ਕੰਧ ਨੂੰ ਐਵੇਂ ਕੰਧ ਕੱਚੀ ਹੋਵੇ ਤੇ ਉਹਨੂੰ ਬਾਹਰ ਐਵੇਂ ਪਲਸਤਰ ਕਰੀ ਜਾਣਾ। ਕਾਚੀ ਟਹਿਗ ਦੀਵਾਲ ਕਾਹੇ ਗੱਚ ਲਾਵੋ, ਉਹਨੂੰ ਪਲਸਤਰ ਕਰੀ ਜਾਣਾ, ਅੰਬੂਜਾ ਦਾ ਸੀਮੈਂਟ ਚੁੱਕ ਕੇ ਤੇ ਪਲਸਤਰ ਕਰ ਦੇਣਾ। ਕੰਧ ਕੱਚੀ ਹੈ। ਜਿਹੜੀਆਂ ਸਾਡੀਆਂ ਪੋਜ਼ਿਟਿਵ ਗੱਲਾਂ ਨੇ, ਜਿਹੜੀਆਂ ਸਾਡੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਨੇ, ਉਹ ਕੱਚੀ ਕੰਧ ਨੂੰ ਪਲਸਤਰ ਕਰਨ ਦੀ ਨਿਆਈ ਹੈ। ਅਸੀਂ ਕੱਚੀਆਂ ਕੰਧਾਂ ਪਲਸਤਰ ਨਹੀਂ ਕਰਨੀਆਂ, ਅਸੀਂ ਕੱਚੀਆਂ ਕੰਧਾਂ ਢਾਹ ਦੇਣੀਆਂ ਹੈ। ਜਦੋਂ ਸਾਡੇ ਕੋਲ ਨੀਹਾਂ ਭਰਨ ਲਈ ਗੁਰੂ ਨੇ ਇੰਨਾ ਮਟੀਰੀਅਲ ਨਿਧਾਨ ਬਖਸ਼ ਦਿੱਤਾ ਸਾਨੂੰ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ, ਨਿਦਾਨ ਬਖਸ਼ ਦਿੱਤਾ, ਖਜ਼ਾਨਾ ਬਖਸ਼ ਦਿੱਤਾ ਗੁਰੂ ਨੇ। ਸਾਡੇ ਕੋਲ ਮਟੀਰੀਅਲ ਦੀ ਕਮੀ ਨਹੀਂ, ਸਾਡੇ ਕੋਲ ਫਲਸਫਾ, ਸਾਡੇ ਕੋਲ ਚੋਟੀ ਦੀ ਪੋਇਟਰੀ, ਚੋਟੀ ਦੀ ਆਰਟ, ਚੋਟੀ ਦਾ ਮਿਊਜ਼ਿਕ,
ਕਿਹੜੀ ਕਮੀ ਹੈ ਸਾਡੇ ਘਰ ਵਿੱਚ? ਅਸੀਂ ਕੱਚੀਆਂ ਕੰਧਾਂ ਤੇ ਪਲਸਤਰ ਮਲਦੇ ਫਿਰੀਏ, ਢਾਉਣੀ ਪਏਗੀ ਕੰਧ। ਸਾਨੂੰ ਨੈਗੇਟਿਵ ਗੱਲਾਂ ਕਰਨੀਆਂ ਪੈਣਗੀਆਂ ਜਿਹੜੀਆਂ ਸਾਡੀਆਂ ਨੈਗੇਟਿਵ ਨੇ। ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ। ਸਾਨੂੰ ਚੀਨਣਾ ਪਏਗਾ, ਸੈਲਫ ਅਸੈਸਮੈਂਟ ਕਰਨੀ ਪਏਗੀ। ਜਦੋਂ ਤੁਸੀਂ ਸੈਲਫ ਅਸੈਸਮੈਂਟ, ਸੈਲਫ ਐਨਾਲਿਸਿਸ ਕਰਦੇ ਜੇ ਤੇ ਉਹਦੇ ਵਿੱਚੋਂ ਕਮੀਆਂ ਕੱਢਦੇ ਜੇ, ਕਮੀਆਂ ਕੱਢ ਕੇ ਸੁੱਟਦੇ ਜੇ ਤੇ ਉਹਨਾਂ ਨੂੰ ਗੁਣਾਂ ਨਾਲ ਤਬਦੀਲ ਕਰਦੇ ਜੇ। ਕਾਮ ਕ੍ਰੋਧ ਦੋਵੇਂ ਕਰੋ ਬਸੋਲੇ, ਗੋਡੋ ਧਰਤੀ ਪਾਈ। ਇਹ ਧਰਤੀ ਗੋਡਣੀ ਪਏਗੀ। ਜੇ ਧਰਤੀ ਗੋਡਾਂਗੇ ਤੇ ਇਹਦੇ ਵਿੱਚ ਸਬਜ਼ੀ ਫਲ ਆਦਿਕ ਪੈਦਾ ਹੋਣਗੇ। ਯਾਦ ਰੱਖਿਓ, ਬਿਨਾਂ ਗੋਡੀ ਤੋਂ ਕੋਈ ਫਲ ਪੈਦਾ ਨਹੀਂ ਹੁੰਦਾ। ਸਾਨੂੰ ਆਪਣਾ ਆਪ ਗੋਡਣਾ ਪਏਗਾ। ਖੋਜਣਾ ਕੀ ਸੀ? ਬੰਦੇ ਖੋਜ ਦਿਲ ਹਰ ਰੋਜ਼। ਖੋਜਣਾ ਕੀ ਸੀ? ਇਹੋ ਗੋਡਣਾ ਹੀ ਸੀ ਵੀ ਤੂੰ ਕਮੀਆਂ ਲੱਭ। ਤੂੰ ਆਪਣੀਆਂ ਕਮੀਆਂ ਪਛਾਣਨ ਦੀ ਗੱਲ ਕਰ। ਉਹ ਕਮੀਆਂ ਤੇਰੀਆਂ ਰਿਪਲੇਸ ਹੋ ਜਾਣਗੀਆਂ ਉਸ ਮਾਲਕ ਦੇ ਗੁਣਾ ਰੂਪੀ ਘਰ ਦੇ ਵਿੱਚ। ਜਦੋਂ ਤੂੰ ਪ੍ਰਵੇਸ਼ ਕਰੇਂਗਾ ਤੇ ਕਮੀਆਂ ਖਤਮ ਹੋ ਜਾਣਗੀਆਂ। ਪਰ ਤੈਨੂੰ ਪਹਿਚਾਨ ਹੋਵੇ ਤੇਰੀਆਂ ਕਮੀਆਂ ਹੀ ਤੇਰੀਆਂ ਖੂਬੀਆਂ ਨਾ ਕਿਤੇ ਹੋਣ। ਤੈਨੂੰ ਐਸਾ ਵਹਿਮ ਨਾ ਹੋਵੇ ਵੀ ਤੇਰੀਆਂ ਕਮੀਆਂ ਹੀ ਤੈਨੂੰ ਖੂਬੀਆਂ ਲੱਗਣ। ਜਦੋਂ ਤੁਹਾਨੂੰ ਕਮੀਆਂ ਹੀ ਤੁਹਾਡੀਆਂ ਖੂਬੀਆਂ ਲੱਗਦੀਆਂ ਨੇ, ਜਦੋਂ ਤੁਹਾਡਾ ਜੋ ਢਹਿੰਦੀ ਕਲਾ ਦਾ ਪਾਖੀ ਤੁਹਾਨੂੰ ਚੜ੍ਹਦੀ ਦਾ ਲੱਗੀ ਜਾਵੇ, ਤੇ ਯਾਦ ਰੱਖਿਓ, ਇਹਨੂੰ ਭਰਮ ਕਹਿੰਦੇ ਨੇ, ਇਹਨੂੰ ਇਲੂਜ਼ਨ ਕਹਿੰਦੇ ਨੇ, ਇਹਨੂੰ ਡਿਲਿਊਜ਼ਨ ਕਹਿੰਦੇ ਨੇ। ਇਹ ਭਰਮ ਏਡਾ ਖਤਰਨਾਕ ਹੁੰਦਾ ਹੈ ਵੀ ਤੁਹਾਨੂੰ ਸਦਾ ਲਈ ਗੁਲਾਮ ਬਣਾ ਦਿੰਦਾ ਹੈ। ਸੋ ਇਸ ਕਰਕੇ ਜਿਹੜੀ ਗੁਰੂ ਨਾਨਕ ਸਾਹਿਬ, ਉਸ ਗੁਰੂ ਅਕਾਲੀ ਗੁਰੂ ਨੇ ਸਾਨੂੰ ਆਪਣਾ ਘਰ ਸਿਰਜਣ ਵਾਸਤੇ ਇੱਕ ਪਹੁੰਚ ਦਿੱਤੀ ਹੈ, ਉਸ ਪਹੁੰਚ ਨੂੰ ਅਪਣਾਉਣਾ ਹੈ। ਤੁਸੀਂ ਜਪਜੀ ਪੜ੍ਹਦੇ ਜੇ, ਮੈਂ ਕਈ ਵਾਰ ਜ਼ਿਕਰ ਕਰਦਾ, ਗੱਲ ਬੜੀ ਕਮਾਲ ਦੀ ਹੈ, ਬਾਰ-ਬਾਰ ਜ਼ਿਕਰ ਕਰਨ ਨੂੰ ਜੀ ਕਰਦਾ ਹੈ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਪਹਿਲਾਂ ਡਿਸਟਰਕਸ਼ਨ ਹੈ, ਸੋਚ ਦੀ ਡਿਸਟਰਕਸ਼ਨ ਹੈ, ਚੁੱਪ ਦੀ ਡਿਸਟਰਕਸ਼ਨ ਹੈ। ਭੁੱਖ ਭਾਵ ਪਹਿਲਾਂ ਲੱਦ ਲਓ ਭੰਡਾਰ, ਭੁੱਖ ਪੂਰੀ ਕਰ ਲਓ, ਬਾਅਦ 'ਚ ਪਾ ਲਾਂਗੇ, ਉਹਦੀ ਡਿਸਟਰਕਸ਼ਨ ਹੈ। ਸਹਿਸ ਸਿਆਣਪਾਂ, ਉਹ ਸਿਆਣਪਾਂ ਜਿਹੜੀਆਂ ਐ ਮਹਿਸੂਸ ਕਰਦੀਆਂ ਵੀ ਮੈਂ ਹੀ ਸਭ ਕੁਛ ਹਾਂ। ਇੱਕ ਤੇ ਉਹ ਸਿਆਣਪ ਹੈ ਜਿਹੜੀ ਉਸ ਮਾਲਕ ਦੀ ਉਸ ਰਹਿਮਤ ਨਾਲ ਤੁਹਾਨੂੰ ਰੀਅਲਾਈਜ਼ ਹੋ ਜਾਂਦਾ ਹੈ ਵੀ ਤੁਹਾਡੇ ਅੰਦਰ ਉਹ ਵਰਤਦਾ ਹੈ ਤੇ ਤੁਸੀਂ ਇੱਕ ਅਸੀਮ ਸ਼ਕਤੀ ਬਣ ਚੁੱਕੇ ਜੇ। ਫਿਰ ਤੁਹਾਡੀ ਉਹ ਅਸੀਮ ਸ਼ਕਤੀ ਉਹਦੇ 'ਚ ਸਰੈਂਡਰ ਹੋ ਜਾਂਦੀ, ਤੁਸੀਂ ਇੱਕ ਹੋ ਜਾਂਦੇ ਜੇ। ਉੱਥੇ ਨਿੱਜ ਦੀ ਹੋਂਦ ਦਾ ਪ੍ਰਗਟਾਵਾ ਨਹੀਂ ਹੁੰਦਾ, ਇੱਥੇ ਨਿੱਜ ਦੀ ਹੋਂਦ ਦਾ ਜਿਹੜਾ ਪ੍ਰਗਟਾਵਾ ਹੈ, ਭਾਵੇਂ ਉਹ ਸਿਆਣਪ ਨਾਲ ਹੋਵੇ, ਭਾਵੇਂ ਜ਼ੋਰ ਨਾਲ ਹੋਵੇ। ਗੁਰੂ ਨੇ ਪਹਿਲਾਂ ਡਿਸਟਰਕਟ ਕੀਤਾ, ਫਿਰ ਹੀ ਕੰਸਟਰਕਟ ਕੀਤਾ। ਇਸ ਕਰਕੇ ਜਿਹੜੀ ਪ੍ਰੋਹਿਬਿਸ਼ਨ ਹੈ ਤੇ ਡਾਇਵਰਸ਼ਨ ਹੈ ਗੁਰਬਾਣੀ ਅੰਦਰ ਜਾਂ ਸਿੱਖ ਫਲਸਫੇ ਅੰਦਰ, ਇਹਦੀ ਨੀਤੀ ਹੈ। ਗੁਰੂ ਤੁਹਾਡੀ ਸ਼ਕਤੀ ਨੂੰ ਡਾਇਵਰਟ ਕਰਦਾ ਹੈ, ਸ਼ਕਤੀ ਰੱਖਦਾ ਹੈ, ਉਹਨੂੰ ਡਾਇਵਰਟ ਕਰਦਾ ਹੈ। ਤੁਹਾਡੇ ਔਗਣਾਂ ਤੋਂ ਪ੍ਰੋਹਿਬਿਟ ਕਰਕੇ ਸ਼ਕਤੀ ਨੂੰ ਡਾਇਵਰਟ ਕਰੀ ਜਾਂਦਾ ਹੈ। ਸੋ ਬਹੁਤ ਹੀ ਬਿਊਟੀਫੁਲੀ ਸਿੰਘ ਸਾਹਿਬ, ਪ੍ਰੋਫੈਸਰ ਦਰਸ਼ਨ ਸਿੰਘ ਹੁਣਾਂ ਨੇ ਉਹ ਕੰਧਾਂ ਨੂੰ, ਜਿਹੜੀਆਂ ਕੱਚੀਆਂ ਕੰਧਾਂ ਨੇ ਸਾਡੀਆਂ, ਉਹ ਭਾਵੇਂ ਸਾਡੇ ਮਿੱਥ ਦੇ ਰੂਪ 'ਚ ਖੜੀਆਂ ਨੇ, ਅਸੀਂ ਪਿਛਲੀ ਵਾਰ ਸੁਣਿਆ ਸੀ, ਭਾਵੇਂ ਉਹ ਸਾਡੇ ਨਿੱਜ ਦੇ ਰੂਪ 'ਚ ਖੜੀਆਂ ਨੇ, ਉਹ ਕੰਧਾਂ ਢਾਈਆਂ ਨੇ, ਢਾਹ ਰਹੇ ਨੇ। ਤੇ ਢਾਹ ਵੀ ਉਸ ਗੁਰਬਾਣੀ ਦੇ ਆਸਰੇ ਨਾਲ ਰਹੇ ਨੇ, ਤੇ ਨਾਲੋਂ ਨਾਲ ਜਿਉਂ-ਜਿਉਂ ਢਹਿੰਦੀ ਹੈ ਤਿਉਂ-ਤਿਉਂ ਉਸ ਮਾਲਕ ਦਾ ਗਿਆਨ, ਗੁਰਬਾਣੀ ਦਾ ਗਿਆਨ ਨਵੀਂ ਨੀਂਹ ਰੱਖ ਰਿਹਾ ਸਾਡੇ ਜੀਵਨ ਵਿੱਚ, ਨਵੀਂ ਊਰਜਾ ਆ ਰਹੀ ਹੈ। ਸਾਨੂੰ ਆਪਣੇ ਘਰ ਪ੍ਰਤੀ ਸਾਡੀ ਦ੍ਰਿਸ਼ਟੀ ਸਪਸ਼ਟ ਹੋ ਰਹੀ ਹੈ।
दृष्टि ही स्पष्ट नहीं है, साडी दृष्टि स्पष्ट हो रही है। सो मैं दिलों धन्नवाद करता है प्रोफैसर दर्शन सिंह खालसा दा, जो कि बहुत ही अहम विशा अपना घर, जिन्हों बहुत ही गंभीरता नाल पिछले हफ्ते तो ही शुरू किया, अज है तो हो सकता आने वाले समय दे विच 1 2 3 होर किन्ने एपीसोड इस विषय ते साडे होर हो जाण, ये समा दसेगा। सो कॉल्स खुल चुकियां ने, जे किसी सज्जन ने कॉल करनी है मोस्ट वेलकम है। साडे कोलों समा बहुता नहीं, मिनट 4-5 ही है। ये प्रोग्राम जिहड़ा वा 1 घंटे का, नाल ही मैं अनाउंसमेंट करना चाहुंदा भी साडा यूट्यूब चैनल जिहड़ा है वो मैं पहला भी कई बार पिछले हफ्ते कई बार अनाउंसमेंट कर चुका भी वो हैक हो गया सी। हैक होने की वजह करके यूट्यूब ने टर्मीनेट कर दिता सी। एक बार नवंबर 26 नूं 26 नवंबर 2020 पिछले साल भी हैक होया सी। उदों होया सी वो इंडिया का एक इलाका है, मेरे माइंड चों ना विसर गया, चलो गलबात करदे आ जाएगा। हुण एरकी होया है केरला वाले बन्निओ, एरकी जिहड़ा IP एड्रैस तो असीं उन्हां दी आइडेंटिटी जिहड़ी जनरेट कीती है वो केरला कोई स्टेशन है जित्थों एरकी हैक होया है। पहला मध्य प्रदेश वाली साइड तो होया सी, जिहड़ा पहला पिछले साल होया सी। सो पर यूट्यूब होपफुली सानू छेती वो चैनल रिकवर करा देगी, तो तुसीं बहुत छेती यूट्यूब के उत्ते जिहड़े मैनूं पता काफ़ी मैसेज आउंदे ने जिहड़े यूट्यूब ते पक्का देखते हैं, क्योंकि हर एक तो फेसबुक का अकाउंट नहीं हुंदा, उन्हां दे मैसेज आउंदे रहिंदे ने, ते उन्हां वास्ते जिहड़ा वा साडे वल्लों इहो बेनती है भी छेती रिकवर हुंदा ते आ जाएगा। तो तुसीं देख सकदे। उस दे नाल एक होर अनाउंसमेंट है, इस हफ्ते थर्सडे जिहड़ा 5 अगस्त नूं लाइव प्रोग्राम जिहड़ा वा साडे चल रहा। 5 अगस्त नूं साडा लास्ट प्रोग्राम हो के उस तो बाद 2 हफ्ते जिहड़ा वा प्रोग्राम बंद रहेगा, क्योंकि मैनू बहुत जरूरी किते जाना पैना है। कोई निजी तौर पर रजेवें ने 2 हफ्तियां वास्ते जाना पैना बाहर, तो इस करके जिहड़ा मेन साडा ऑफिस है वो उत्थों बंद रहणगे प्रोग्राम लाइव। बाकी रिकॉर्डिड प्रोग्राम साडे वो चलते रहने आ, पर असीं वापस 5 नूं पॉज करके वापस शुरू करांगे 20 नूं। फ्राइडे वाला प्रोग्राम साडा वापस आएगा। पूरे तकरीबन 2 हफ्ते ने, फ्राइडे टू फ्राइडे। सो 2 हफ्ते साडा जिहड़ा प्रोग्राम है ऑफ रहेगा। उहदे वास्ते भी असीं जिहड़ी इनकनवीनियंस वास्ते तुहाडे कोलों मुआफ़ी मंगदे आ, पर रिकॉर्डिंग जिहड़ी साडी है वो उस तरह चलती रहेगी। सिर्फ जिहड़े लाइव प्रोग्राम चल रहे हैं इस वेले ये 2 हफ्ते वास्ते पॉज रहणगे, तो रिकॉर्डिंग उस तरह जारी रहेगी। सो ये सन कुछ अनाउंसमेंट्स जिहड़ियां सन बड़ियां जरूरी सन करन वालियां। इस तरह देखते रहो सिंहनाद TV, कोशिश करते रहीदा वा तुहाडे नाल नवें तो नवां विशा जिहड़ा रह ना गया होवे, विचार किसी ना विचारिया होवे ना होवे, पर कोशिश करते रहीदा तुहाडे सामने लिया के उहदे ते विचार की जाए। कल नूं बड़ा अहम विशा है, भाई पंथप्रीत सिंह खालसा हुणां दे नाल साडा गल करांगे असीं विपर दे नबेड़े ते। जिहड़ा विपर दा नबेड़ा सब रौला ही विपर दा है। अज जिहड़ियां तंदां नूं सिंह साहब प्रोफैसर साहब ने छूया वो भी वो विपर दा ही खलारा पाया है। आउण वाले हफ्ते जिहड़ा विपर दा नबेड़ा है सॉरी कल नूं जिहड़ा विपर दा नबेड़ा उत्ते विशेष प्रोग्राम है भाई पंथप्रीत सिंह खालसा दा, ते काफ़ी उहदे विच विषय विचार ने। असीं उहदे विच खास करके साडा बौली दीयां 84 पौड़ियां, उहदे विच तीर्थां दा संकल्प, सरोवरां दा संकल्प, करामाती कहानियां ते कई कुछ कल नूं असीं विचारांगे भाई पंथप्रीत सिंह खालसा हुणां दे नाल। इस तरह देखते रहो सिंहनाद TV। मिलते हैं तुहानूं कल नूं भाई पंथप्रीत सिंह खालसा दे नाल। बहुत धन्यवाद। वाहिगुरू जी का खालसा, वाहिगुरू जी की